ਪ੍ਰੋਗਰਾਮ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ। ਵਾਇਸ ਆਫ ਇੰਡੀਆ ਦਾ ਇਹ ਪਰਮਾਨੈਂਟ ਫੀਚਰ ਹੈ। ਮੈਂ ਤੁਹਾਡਾ ਦੋਸਤ ਐਮਪੀ ਸਿੰਘ ਤੇ ਮੇਰੇ ਨਾਲ ਹਮੇਸ਼ਾ ਵਾਂਗ ਸਾਥ ਦੇ ਰਹੇ ਨੇ ਪ੍ਰੋਗਰਾਮ ਦੇ ਵਿੱਚ ਤੇ ਸਿਆਣੀਆਂ ਗੱਲਾਂ ਸਾਡੇ ਪੰਜਾਬੀ ਸਾਥ ਵਿੱਚ ਬੈਠ ਕੇ ਕਰਨਗੇ ਬਲ ਅੰਮ੍ਰਿਤਸਰੀਆ ਸਾਹਿਬ। ਸਤਿ ਸ਼੍ਰੀ ਅਕਾਲ ਜੀ ਬਲ ਸਾਹਿਬ। ਸਤਿ ਸ਼੍ਰੀ ਅਕਾਲ ਭਾਜੀ, ਤੁਹਾਨੂੰ ਸਾਰੇ ਦਰਸ਼ਕਾਂ ਨੂੰ ਵੀ ਜੀ। ਜਿਵੇਂ ਤੁਸੀਂ ਕਿਹਾ ਕਿ ਸਿਆਣੀਆਂ ਗੱਲਾਂ, ਮੇਰਾ ਹਾਸਾ ਤਾਂ ਨਿਕਲ ਗਿਆ ਸੀ। ਸਿਆਣੀਆਂ ਗੱਲਾਂ ਤੁਸੀਂ ਕਰਦੇ ਹੋ। ਮੈਂ ਇੱਕ ਲਫ਼ਜ਼ ਰਾਹ 'ਚ ਆਉਂਦਿਆਂ ਸੋਚਿਆ ਵੀ ਪੁੱਛਾਂਗੇ ਬਲ ਸਾਹਿਬ ਨੂੰ। ਹਾਂਜੀ ਹਾਂਜੀ। ਬਲ ਸਾਹਿਬ ਨੂੰ ਇਹਦੇ ਬਾਰੇ ਪਤਾ। ਬਲ ਸਾਹਿਬ ਨੂੰ ਬੰਦੇ ਕਹਿੰਦੇ ਜੀ ਮੈਂ ਫਸਿਆ ਪਿਆ, ਆਲੇ ਦੁਆਲੇ ਮੱਕੜ ਜਾਲ ਬਣ ਗਿਆ। ਹਾਂਜੀ, ਇਹ ਮੱਕੜ ਜਾਲ ਕੀ ਹੁੰਦਾ ਜੀ? ਨਹੀਂ, ਵੈਸੇ ਮੇਰਾ ਦੋਸਤ ਵੀ ਆ ਮੱਕੜ ਜੀ, ਕਿਤੇ ਗਲਤ ਨਾ ਸਮਝਿਆ, ਕਿਉਂਕਿ ਇੱਕ ਕਾਸਟ ਵੀ ਆ ਮੱਕੜ। ਉਹਨਾਂ ਦੇ ਜਾਲ 'ਚ ਨਹੀਂ ਫਸੇ, ਯਾਨੀ ਮੱਕੜ ਜਾਲ ਇੱਕ ਸ਼ਬਦ ਹੈ। ਮੱਕੜੀ ਤੋਂ ਬਣਿਆ ਜੀ। ਮੱਕੜੀ ਬਣਾਉਂਦੀ, ਮੱਕੜੀ ਤੋਂ ਵੈਬ ਜਿਹਾ ਬਣਾਉਂਦੀ, ਜਿਹਨੂੰ ਅੰਗਰੇਜ਼ੀ 'ਚ ਲੋਕੀ ਵੈਬ ਕਹਿੰਦੇ, ਪੰਜਾਬੀ 'ਚ ਅਸੀਂ ਜਾਲ ਕਹਿ ਦਿੰਦੇ। ਜਾਲ ਵੈਬ ਕਹਿੰਦੇ। ਹਾਂ, ਜਾਲ ਜਾਂ ਉਹ ਜਾਲੇ ਦੇ ਵਿੱਚ ਇੱਕ ਵਾਰ ਫਸ ਜਾਂਦੀ ਆਪ ਹੀ ਉਹ ਜਾਲੇ 'ਚ ਫਸ ਕੇ ਤੇ ਉਹਦੇ ਵਿੱਚ ਹੀ ਖਤਮ ਹੋ ਜਾਂਦੀ ਹੈ। ਨਿਕਲ ਨਹੀਂ ਹੁੰਦਾ। ਨਿਕਲ ਨਹੀਂ ਹੁੰਦਾ। ਜਾਲ ਬੁਣਦੀ ਵੀ ਆਪ ਹੈ। ਆਪ ਹੀ ਆ। ਸੇਮ ਚੀਜ਼ ਸਾਡੀ ਹੁੰਦੀ ਸਾਰਿਆਂ ਦੀ। ਅੱਛਾ ਜੀ। ਕਿਉਂਕਿ ਅਸੀਂ ਬਚਪਨ ਤੋਂ ਸ਼ੁਰੂ ਹੁੰਦੇ ਆ ਸੁਪਨੇ। ਹਾਂਜੀ ਹਾਂਜੀ। ਉਹੀ ਸੁਪਨੇ ਹੌਲੀ ਹੌਲੀ ਸਾਨੂੰ ਪੜ੍ਹਾਉਂਦੇ ਆ। ਪੜ੍ਹਾਉਣ ਤੋਂ ਬਾਅਦ ਸਾਡੇ ਮਾਪਿਆਂ ਦੇ ਵੀ ਸੁਪਨੇ ਨਾਲ ਹੌਲੀ ਹੌਲੀ ਉਹਦੇ ਦੁਆਲੇ ਘੁੰਮਣੇ ਸ਼ੁਰੂ ਹੋ ਜਾਂਦੇ ਆ। ਉਸ ਤੋਂ ਬਾਅਦ ਅਸੀਂ ਇੱਕ ਰੱਬ ਤੋਂ ਇੱਕੋ ਚੀਜ਼ ਮੰਗਦੇ, ਪਰਮਾਤਮਾ ਰੋਜੀ ਰੋਟੀ ਦੇਈਂ। ਪਰ ਪਰਮਾਤਮਾ ਨੂੰ ਮੁੜ ਕੇ ਬਾਅਦ 'ਚ ਅਸੀਂ ਇਹ ਨਹੀਂ ਦੱਸਦੇ ਵੀ ਅਸੀਂ ਕਿੰਨੀ ਕੁ ਮੰਗਦੇ ਆ। ਅੰਤ ਹੀ ਕੋਈ ਨਹੀਂ ਹੁੰਦਾ ਨਾ, ਬੰਦੇ ਦੀਆਂ ਖੁਆਇਸ਼ਾਂ ਦਾ ਅੰਤ ਕੋਈ ਨਹੀਂਗਾ ਤੇ ਘਰਦਿਆਂ ਦੀਆਂ ਫਰਮਾਇਸ਼ਾਂ ਦਾ ਅੰਤ ਕੋਈ ਨਹੀਂਗਾ। ਰੋਜੀ ਰੋਟੀ ਮੰਗਦੇ ਲੋਕੀ। ਰੋਜੀ ਰੋਟੀ ਕਹਿੰਦੇ ਜਿਹਨੇ ਪੈਦਾ ਕੀਤਾ ਆਪੇ ਰੋਜੀ ਰੋਟੀ ਦਊ, ਫਿਰ ਕਰਨ ਨੂੰ ਜ਼ਿਆਦਾ ਨਹੀਂ ਜੀ। ਵੈਸੇ ਤੇ ਜਿੰਨੇ ਚਿਰ ਰੋਵੇ ਨਾ ਬੱਚਾ, ਮਾਂ ਵੀ ਦੁੱਧ ਨਹੀਂ ਦਿੰਦੀ, ਉਹ ਕਹਿੰਦੀ ਕੋਈ ਨਹੀਂ ਰੱਜਿਆ ਹੀ ਆ। ਮੰਗਣਾ ਚਾਹੀਦਾ ਜੀ। ਪਰ ਜਦੋਂ ਅਸੀਂ ਮੰਦਿਰਾਂ ਗੁਰਦੁਆਰਿਆਂ ਵਿੱਚ ਜਾ ਕੇ ਕੋਈ ਅਰਦਾਸ ਕਰਦੇ ਆ ਜਾਂ ਮੰਗ ਕਰਦੇ ਆ, ਹਾਂਜੀ, ਉਦੋਂ ਰੋਜੀ ਰੋਟੀ ਦੀ ਘੱਟ ਗੱਲ ਕਰਦੇ ਆ, ਹੋਰ ਹੀ ਨੇ ਮੰਗਾਂ ਮੁੱਕਦੀਆਂ। ਨਹੀਂ ਵੇਖੋ, ਅਸਲ 'ਚ ਪਤਾ ਕੀ ਹੁੰਦਾ, ਉਹ ਫਿਰ ਹਾਸੇ ਵਾਲੀ ਗੱਲ ਆ ਜਾਂਦੀ ਆ ਵੀ ਕਈ ਵਾਰ ਮਾਂ ਪਿਓ ਨੂੰ ਕਹੋ ਨਾ ਵੀ ਪਾਪਾ ਜੀ 100 ਰੁਪਈਆ ਦਿਓ। ਅਸੀਂ ਕਦੀ ਐਗਜੈਕਟ ਨਹੀਂ ਨਾ 100 ਤੇ ਸੇਮ ਚੀਜ਼ ਹੁੰਦਾ ਵੀ ਅਸੀਂ ਮੰਗਣਾ ਤੇ ਉਹੀ ਕੁਝ ਹੁੰਦਾ। ਉਦੋਂ ਅਸੀਂ ਕਾਫੀ ਕੁਝ ਲੇਪਣ ਲਾ ਦਿੰਦੇ ਚਾਰ ਸਵੇਰਿਓਂ ਵੀ ਭਾਈ ਇਹ ਸੱਚੇ ਪਾਤਸ਼ਾਹ ਧਨ ਅੰਨ ਇਹ ਸਾਰਾ ਕੁਝ ਇੰਨਾ ਕੁ ਦਈ ਕਿ ਰਿਜ਼ਕ ਮੁੱਕੇ ਨਾ। ਉਹੀ ਗੱਲ ਹੋ ਗਈ ਨਾ ਵੀ ਕਿਸੇ ਨੇ ਆਸ਼ੀਰਵਾਦ ਲੈਣਾ ਸੀ, ਕੋਈ ਮੇਰੇ ਵਰਗਾ ਸ਼ੈਤਾਨ ਸੀ ਤੇ ਸਾਧੂ ਕੋਲ ਚਲ ਗਿਆ। ਅੱਛਾ ਜੀ। ਤੇ ਉਹ ਕਹਿੰਦਾ ਵੀ ਇੱਕੋ ਆਸ਼ੀਰਵਾਦ ਦਊਂਗਾ ਕਿਉਂਕਿ ਇੱਕੋ ਤੈਨੂੰ ਮੈਂ ਦੇ ਸਕਦਾ। ਕਹਿੰਦਾ ਵੀ ਕੋਈ ਗੱਲ ਨਹੀਂ ਜੀ। ਕਹਿੰਦਾ ਬਾਬਾ ਜੀ ਕਿਰਪਾ ਕਰੋ। ਹਾਂਜੀ। ਮੇਰੀ ਨੂੰਹ ਨਾ ਗੋਦੀ 'ਚ ਪੁੱਤ ਨੂੰ ਬਿਠਾ ਕੇ ਤੇ ਸੋਨੇ ਦੀ ਮਧਾਣੀ ਨਾਲ ਦੁੱਧ ਰੜ ਕੇ। ਕੀ ਬਾਤ। ਹੁਣ ਕਿੰਨਾ ਕੁ ਪੈਸਾ ਹੋਊ ਤੇ ਸੋਨੇ ਦੀ ਮਧਾਣੀ ਆਊਗੀ। ਪੁੱਤ ਵੀ ਮੰਗ ਲਿਆ, ਨੂੰਹ ਵੀ ਮੰਗ ਲਈ। ਇੱਕੋ ਗੱਲ। ਤੇ ਅਸੀਂ ਤੇ ਉਹ ਚੀਜ਼ਾਂ, ਅਸੀਂ ਤੇ ਗੁਰੂ ਘਰ ਜਾਂਦੇ ਆ ਤਾਂ ਅਜੇ 10 ਦਾ ਨੋਟ ਪਤਾ ਨਹੀਂ ਕੱਢਿਆ ਹੁੰਦਾ ਕਿ ਨਹੀਂ ਕੱਢਣ ਦਾ। ਫਿਰ ਮੈਂ ਕਿਹਾ ਸੱਚੇ ਪਾਤਸ਼ਾਹ ਕੈਨੇਡਾ ਦਾ ਵੀਜ਼ਾ ਲੱਗ ਜੇ, ਫੇਰ ਕਿਤੇ ਤੂੰ ਸਮਝ ਲਾ ਵੀ ਹਰ ਸਾਲ ਆ ਕੇ ਨਾ ਵਾਰ ਹਨੇਰੀਆਂ ਲਿਆ ਦਾਂਗੇ। ਮੁੜ ਕੇ ਇਹ ਨਹੀਂ ਪਤਾ ਵੀ ਉਹ ਵਾਰ ਹਨੇਰੀ ਹੌਲੀ ਹੌਲੀ ਹੁੰਦੀ 2 ਸਾਲਾਂ ਤੋਂ 5 ਤੇ 5 ਤੋਂ ਮੁੜ ਕੇ 7 ਤੇ 7 ਤੋਂ ਮੁੜ ਕੇ 10 ਤੇ ਉਹ ਹਨੇਰੀ ਸਲੋ ਹੀ ਹੋ ਜਾਂਦੀ ਹੈ। ਇਹ ਜਿਹੜੀਆਂ ਸਾਡੀਆਂ ਛਾਵਾਂ ਹੈਗੀਆਂ ਅਸਲ ਵਿੱਚ ਇਹ ਸਾਨੂੰ ਫਸਾਉਂਦੀਆਂ ਉਸ ਮੱਕੜ ਜਾਲ 'ਚ। ਮੈਨੂੰ ਲੱਗਦਾ ਤੁਸੀਂ ਇਹ ਕਹਿਣਾ ਚਾਹੁੰਦਾ। ਬਿਲਕੁਲ 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 ਜੀ। ਮੱਕੜ ਜਾਲ ਜਿਹੜਾ ਆਲੇ ਦੁਆਲੇ ਅਸੀਂ ਬੁਣ ਲੈਂਦੇ, ਸਾਡੇ ਕੋਲ ਨਿਕਲ ਨਹੀਂ ਹੁੰਦਾ। ਜਿਵੇਂ ਤੁਸੀਂ ਮੱਕੜੀ ਦੀ ਉਦਾਹਰਨ ਦਿੱਤੀ ਹੈ, ਇਹ ਜਿਹੜਾ ਜਾਲ ਅਸੀਂ ਆਪ ਹੀ ਬੁਣਦੇ ਹਾਂ ਤੇ ਆਪ ਹੀ ਵਿੱਚ ਫਸ ਜਾਂਦੇ ਹਾਂ ਤੇ ਫਿਰ ਸਾਡੇ ਕੋਲ ਨਿਕਲਣ ਦਾ ਕੋਈ ਰਸਤਾ ਨਹੀਂ ਬਚਦਾ। ਅਖੀਰ ਦਮ ਉੱਥੇ ਹੀ ਨਿਕਲ ਜਾਂਦਾ, ਆਖਰੀ ਦਮ ਵੀ। ਇਹ ਤੋਂ ਵੈਸੇ ਲੋਕੀ ਕੋਸ਼ਿਸ਼ ਤਾਂ ਕਰਦੇ ਹੀ ਆ ਨਿਕਲਣ ਦੀ, ਕਿ ਨਹੀਂ ਕਰਦੇ? ਨਹੀਂ ਜੀ, ਕੋਸ਼ਿਸ਼ ਵੇਖ ਲਓ। ਜਦੋਂ ਅਸੀਂ ਇੱਥੇ ਲੈਂਡ ਕਰਦੇ ਹਾਂ, ਪਹਿਲਾਂ ਅਸੀਂ ਬੇਸਮੈਂਟ ਜਾਂ ਕਿਸੇ ਰੈਂਟ ਤੇ ਆਉਂਦੇ ਹਾਂ, ਫਿਰ ਅਸੀਂ ਛੋਟਾ ਜਿਹਾ ਘਰ ਲੈਂਦੇ ਹਾਂ। ਕਿਉਂਕਿ ਤੁਸੀਂ ਮੌੜਗੇਜ ਦਾ ਕੰਮ ਕਰਦੇ, ਮੈਂ ਵੀ ਮਾੜਾ ਮੋਟਾ ਕਰਦਾ। ਤੁਹਾਨੂੰ ਇਹ ਪਤਾ ਹੀ ਵੀ ਛੋਟਾ ਜਿਹਾ ਘਰ ਲੈਂਦੇ ਆ ਵੀ ਚਲੋ ਸ਼ੁਰੂ ਹੋ ਜਾਈਏ। ਕਈ ਤਾਂ ਪਹਿਲਾਂ ਹੀ ਫਸ ਜਾਂਦੇ ਆ ਨਾ। ਛੋਟੇ ਦੀ ਛੱਡੋ, ਕਈ ਤਾਂ ਪਹਿਲੇ ਇਹਨਾਂ 4-5 ਲੱਖ 'ਚ ਫਸ ਜਾਂਦੇ ਆ। ਮੁੜ ਕੇ ਬਾਅਦ 'ਚ ਹੌਲੀ ਹੌਲੀ ਲਾਉਂਦੇ ਕੰਮ ਲੰਮਾ ਪੈ ਜਾਂਦਾ। ਫਿਰ ਉਦੋਂ ਬਾਅਦ ਅਸੀਂ ਉਹਨੂੰ ਬਦਲ ਲੈਂਦੇ ਹਾਂ। ਨਹੀਂ ਜੀ ਵੱਡਾ ਚਾਹੀਦਾ, ਸਾਡਾ ਗੁਜ਼ਾਰਾ ਨਹੀਂ ਹੁੰਦਾ। ਉਹ ਵੀ ਮੱਕੜ ਜਾਲ 'ਚ ਫਸ ਗਏ। ਪਹਿਲਾਂ ਅਸੀਂ ਗੱਡੀ ਲੈਂਦੇ 2, 3, 4, 5 ਹਜ਼ਾਰ ਦੀ ਚੱਲੀ ਹੋਈ, ਫਿਰ ਅਸੀਂ ਨਵੀਂ ਲੈ ਲੈਂਦੇ ਹਾਂ। 40,000 ਵਾਲੀ ਨਵੀਂ ਲੈ ਲਓ, ਚਲੋ 40 ਦੀ 50 ਦੀ, ਕਈ ਤਾਂ ਲੱਖ ਵਾਲੀ ਵੀ ਫਸ ਜਾਂਦੇ ਆ। ਉਹ ਵੀ ਮੱਕੜ ਜਾਲ ਹੋ ਗਿਆ ਜੀ। ਬਿਲਕੁਲ। ਜਦੋਂ ਅਸੀਂ ਪਹਿਲੇ ਸਾਲ ਆਉਂਦੇ, ਸਾਡੇ 53 ਨਾਲ ਜਾਂ 60 ਨਾਲ, ਹੁਣ $60 ਮੇਰੇ ਖਿਆਲ ਕੀਮਤ ਆ, ਉਹ ਗੁਣਾ ਕਰਕੇ ਖਰਚੇ ਕਰਦੇ ਤੇ ਬੜੀ ਹਰ ਪਾਸੇ ਬੱਚਤ ਕਰਨ ਦੀ ਕੋਸ਼ਿਸ਼ ਕਰਦੇ। ਉਦੋਂ ਪਹਿਲਾਂ ਨਵੇਂ ਆਇਆ ਨੂੰ ਥੋੜਾ ਜਿਹਾ ਕੈਲਕੂਲੇਸ਼ਨ ਜ਼ਿਆਦਾ ਕਰਦੇ ਆ ਤੇ ਡਾਲਰ ਦੀ ਚੀਜ਼ ਉਹਨੇ ਕਹਿੰਦੇ ਅੱਛਾ 30 ਦੀ ਆ ਇਹ। ਹਾਂਜੀ ਹਾਂਜੀ ਹਾਂਜੀ। ਤੇ ਹੁਣ ਕਹਿੰਦੇ ਡਾਲਰ ਦੀ ਆ, ਕੋਈ ਗੱਲ ਨਹੀਂ ਲੈ ਲਓ। ਫਿਰ ਤੇ ਬਾਅਦ 'ਚ ਉਹੀ ਹੋ ਜਾਂਦਾ ਵੀ ਚੱਲ $20-25 ਜਾਂ ਫਿਰ ਕੀ ਬੱਚੇ ਵੈਸੇ ਵੀ ਖਰਚ ਲੈਂਦੇ ਆ।
ਇਹ ਸਾਰਾ ਕੁਝ ਮੱਕੜ ਜਾਲ ਹੀ ਹੈ ਜੀ, ਮੋਹ ਮਾਇਆ। ਕਿਉਂਕਿ ਜੇ ਪੂਰਨ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹੋ ਤੇ ਕੋਈ ਵੀ ਕਿਤੇ ਵੀ ਇਹੋ ਜਿਹੀ ਜਗ੍ਹਾ ਨਹੀਂ ਲਿਖੀ ਕਿ ਉਹਨਾਂ ਨੇ ਬੰਦੇ ਨੂੰ ਇਹ ਕਿਹਾ ਵੀ ਜੋ ਕੁਝ ਤੂੰ ਕਰ ਸਕਦਾ ਤੂੰ ਹਨੇਰੀਆਂ ਲਿਆ ਦੇਗਾ। ਉਹਨਾਂ ਹਰ ਜਗ੍ਹਾ ਤੇ ਇਹ ਗੱਲ ਕਹੀ ਆ ਵੀ ਜੇ ਤੂੰ ਕਰ ਸਕਦਾ ਸਬਰ ਸੰਤੋਖ ਨਾਲ ਕਰ ਸਕਦਾ। ਗੱਲ ਇਹ ਆ ਕਿ ਲੋਕ ਫਸਦੇ ਵੀ ਆ, ਹਾਂਜੀ, ਤੇ ਫਿਰ ਉਹ ਫਸਰਾ ਹੋਇਆ ਮਹਿਸੂਸ ਕਰਨ ਤੋਂ ਬਾਅਦ ਉੱਥੋਂ ਨਿਕਲਣ ਦੇ ਲਈ ਬਾਬਿਆਂ ਦੇ ਕੋਲ, ਪੰਡਤਾਂ ਪ੍ਰੋਤਾਂ ਦੇ ਕੋਲ, ਮੌਲਵੀਆਂ ਦੇ ਕੋਲ ਜਾਂਦੇ, ਧਾਗੇ ਤਵੀਤਾਂ ਵੀ ਕਰਾਉਂਦੇ, ਹਾਂਜੀ, ਪੂਜਾ ਪਾਠ ਵੀ ਕਰਾਉਂਦੇ, ਅਖੰਡ ਪਾਠ ਵੀ ਕਰਾਉਂਦੇ। ਹਾਂ ਸਭ ਕੁਝ। ਮੈਂ ਇੱਕ ਦੇਖਿਆ ਜੀ, ਇੱਕ ਗੁਰਦੁਆਰੇ ਦੇ ਪ੍ਰਬੰਧਕ ਸਾਹਿਬ ਸੀਗੇ, ਹਾਂਜੀ, ਮੈਂ ਕੈਨੇਡਾ ਦੀ ਗੱਲ ਹੀ ਕਰਦਾ, ਵਿਨੀਪੈਗ ਦੀ ਗੱਲ ਹੀ ਕਰਦਾ। ਹਾਂਜੀ, ਉਹ ਇੱਕ ਵਿਅਕਤੀ ਨੂੰ ਕਹਿੰਦੇ ਵੀ ਤੁਸੀਂ ਅਖੰਡ ਪਾਠ ਕਰਾਓ। ਉਹ ਕਹਿੰਦਾ ਜੀ ਵੀ ਜੇ ਕੋਈ ਹਿੰਮਤ ਨਹੀਂ ਹੈਗੀ ਤੇ ਨਵੇਂ ਨਵੇਂ ਆਏ ਆ, ਹਾਂਜੀ, ਤੇ ਕੋਈ ਗੱਲ ਨਹੀਂ ਕਰਾਵਾਂਗੇ ਜਦੋਂ ਹੱਥ ਸੌਖਾ ਹੋ ਗਿਆ। ਹਾਂਜੀ, ਉਹ ਕਹਿੰਦੇ ਨਹੀਂ ਜੀ ਇਹ ਤਾਂ ਆਉਂਦਿਆਂ ਹੀ ਕਰਾਉਣਾ ਚਾਹੀਦਾ ਸੀ, ਤੁਹਾਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਸੀਗਾ, ਤੁਸੀਂ ਅਖੰਡ ਪਾਠ ਕਰਾਓ, ਦੇਖੋ ਫਿਰ ਲਹਿਰਾਂ ਪੈਰਾਂ ਕਿੱਦਾਂ ਹੁੰਦੀਆਂ। ਹਾਂਜੀ, ਤੁਸੀਂ ਸਵਰਗ 'ਚ ਪੈਰ ਪਾਇਆ। ਕਈ ਤੇ ਵੀ ਕਹਿ ਦਿੰਦਾ ਵੀ ਤੁਸੀਂ ਸਵਰਗ 'ਚ ਪੈਰ ਪਾਇਆ, ਤੁਸੀਂ ਸਵਰਗਵਾਸ ਉਹਨਾਂ ਚਿਰ ਹੋਣਾ ਹੀ ਨਹੀਂ ਜਿੰਨਾ ਚਿਰ ਤੁਸੀਂ ਮਤਲਬ ਕਿ ਕੋਈ ਨਾ ਕੋਈ ਪੂਜਾ ਪਾਠ ਜਾਂ ਕੋਈ ਸੁਖਣਾ ਨਾ ਸੁਖੀ। ਸਵਰਗਵਾਸੀ ਹੁੰਦਾ ਸਰਟੀਫਿਕੇਟ ਨਹੀਂ ਮਿਲਣਾ ਤੁਹਾਨੂੰ, ਮਿਲਣਾ ਨਹੀਂ। ਉਹ ਸਵਰਗਵਾਸੀ ਹੋਣ ਦਾ ਸਰਟੀਫਿਕੇਟ ਜਿਹੜਾ ਜੀ ਉਹ ਉਸ ਵਿੱਚ ਮੱਕੜ ਜਾਲ ਹੈ। ਇਹ ਸਾਰਾ ਕੁਝ ਮੱਕੜ ਜਾਲ ਜਿਹੜਾ ਹੈ, ਇਹ ਚੋਂ ਨਿਕਲਣ ਦੇ ਲਈ ਕੋਈ ਰਾਹ ਰੂ ਵੀ ਦੱਸ ਦਿਓ। ਨਹੀਂ, ਰਾਹ ਤੇ ਵੇਖੋ ਜੀ ਰੱਬ ਹੀ ਦੱਸ ਸਕਦਾ, ਕਿਉਂਕਿ ਤੁਸੀਂ ਸਾਰੇ, ਚਾਹੇ ਕੋਈ ਮੇਰਾ ਵੀਰ ਹਿੰਦੂ ਧਰਮ ਨੂੰ ਬਿਲੋਂਗ ਕਰਦਾ ਆ, ਜਾਂ ਕੋਈ ਸਿੱਖ ਆ, ਜਾਂ ਕੋਈ ਮੁਸਲਿਮ ਆ, ਜਾਂ ਕੋਈ ਈਸਾਈ ਆ, ਕੋਈ ਦੁਨੀਆ 'ਚ ਇਹੋ ਜਿਹਾ ਗ੍ਰੰਥ ਨਹੀਂਗਾ ਜਿਹੜਾ ਤੁਹਾਨੂੰ ਫਸਾਉਂਦਾ ਆ। ਸਾਰੇ ਕੱਢਣ ਦਾ ਹੀ ਰਾਹ ਦੱਸਦੇ ਆ, ਪਰ ਅਸੀਂ ਇਨਸਾਨ ਉਸ ਤੋਂ ਟੋਟਲੀ ਉਲਟਾ ਆ। ਨਹੀਂ ਦੱਸਣਗੇ ਤਾਂ ਅਸੀਂ ਸੁਣਾਂਗੇ ਤਾਂ ਹੀ ਆ, ਅਸੀਂ ਤਾਂ ਪੜ੍ਹਦੇ ਹੀ ਨਹੀਂ। ਨਹੀਂ ਵੇਖੋ, ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਆ, ਹਾਂਜੀ, ਮਹਿੰਗੇ ਰੁਮਾਲੇ ਚੜਾਉਂਦੇ ਸਭ ਕੁਝ, ਪਰ ਅਸੀਂ ਕਦੀ ਸੁਣਦੇ ਹੀ ਨਹੀਂਗੇ। ਜਦ ਕਿ ਮੈਂ ਪਿਛਲੀ ਵਾਰੀ ਵੀ ਕਈ ਵਾਰ ਜ਼ਿਕਰ ਕੀਤਾ ਕਿ ਜਿਹੜੀ ਸੁਣਿਆ ਦੀਆਂ ਪੌੜੀਆਂ ਨੇ, ਸੁਣਿਆ ਡਬਲ ਲਾਵਾਂ ਨੇ, ਉਹ 4 ਨੇ। ਮੰਨੇ ਦੀਆਂ ਵੀ ਉਹਨਾਂ ਨੇ ਘੱਟ ਰੱਖੀਆਂ। ਉਹਨਾਂ ਨੇ ਇੱਥੋਂ ਤੱਕ ਕਿ ਕੋਸ਼ਿਸ਼ ਕੀਤੀ ਆ ਕਿ ਬੰਦਾ ਜ਼ਿਆਦਾ ਸੁਣੇ ਤੇ ਉਸ ਤੋਂ ਬਾਅਦ ਗੌਰ ਵੀ ਕਰੇ। ਪਹਿਲਾਂ ਸੁਣੇ ਤੇ ਸਹੀ ਘੱਟੋ ਘੱਟ, ਉਸ ਤੋਂ ਬਾਅਦ ਮੰਨੇ ਦਾ ਆਉਂਦੀ ਵੀ ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋਈ ਕਹੇ ਪਿੱਛੇ ਪਛਤਾਏ, ਪਿੱਛੇ ਪਛਤਾਏ। ਪਰ ਸੁਣੀਏ ਕਿੱਦਾਂ ਜੀ? ਤੁਸੀਂ ਕਹਿੰਦੇ ਸੁਣੀਏ, ਉਹ ਤਾਂ ਸੁਣਾਉਂਦੇ ਹੀ ਨਹੀਂ। ਨਹੀਂ, ਉਹ ਬਾਬੇ ਤਾਂ ਅੱਖਾਂ ਨਾਲ ਪਾਠ ਕਰਦੇ। ਬਿਲਕੁਲ ਬਿਲਕੁਲ। ਉਹਨਾਂ ਤੇ ਸਾਡੇ ਤੇ ਗੁਰੂ ਨੇ ਕਿਹਾ ਨਾ ਵੀ ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤੀ ਧਵਲ ਆਕਾਸ਼, ਸੁਣਿਆ ਦੀਪ ਸਮੁੰਦਰ ਲੋ ਪਤਾਲ, ਸੁਣਿਆ ਉਹ ਨਾ ਸਕੇ ਕਾਲ। ਹਾਂਜੀ ਹਾਂਜੀ। ਫਿਰ ਉਹਨਾਂ ਨੇ ਬਾਅਦ ਚ ਕਿਹਾ ਵੀ ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪਾ ਨਾਸ। ਆਪਾਂ ਜਾਣਦੇ ਵੀ ਕੋਈ ਗੱਲ ਨਹੀਂ ਦੇਖੀ ਜਾਓ, ਧੱਕਾ ਹੀ ਲਾਈ ਜਾਓ, ਵੇਖੀ ਜਾਓ, ਜੋ ਅਸੀਂ ਕਰਤਾ। ਮੈਂ ਚੰਦ ਲਾਈਨਾਂ ਲਿਖ ਕੇ ਵੀ ਲਿਆ, ਉਹ ਵੀ ਦਰਸ਼ਕੋ ਤੁਹਾਡੇ ਨਾਲ ਸਾਂਝੀਆਂ ਕਰਦੇ ਆ। ਮੱਕੜ ਜਾਲ ਤੇ ਮੱਕੜ ਜਾਲ ਹੀ ਆ ਜੀ ਇਹ ਹਿਸਾਬ ਨਾਲ। ਮੱਕੜ ਜਾਲ ਦੀ ਗੱਲ ਸੁਣਾਓ। ਤੇ ਲੇਕਿਨ ਇਹ ਕੋਈ ਫਾਈਨਲ ਡਿਸੀਜਨ ਨਹੀਂ ਹੁੰਦਾ। ਅਸੀਂ ਲੇਖਕ ਲੋਕ ਹੁੰਦੇ ਆ, ਜੋ ਪਾਗਲਾਂ ਨੂੰ ਸਾਡੇ ਅੱਗੇ ਆ ਗਿਆ ਅਸੀਂ ਚੁੱਕ ਕੇ। ਤੁਹਾਡੀ ਗੱਲ ਮੈਂ ਕੱਟ ਰਿਹਾ, ਤੇ ਤੁਹਾਡੇ ਮੱਕੜ ਜਾਲ ਵਾਲੀ ਕਵਿਤਾ ਸੁਣਨ ਤੋਂ ਪਹਿਲਾਂ ਮੈਂ ਦਰਸ਼ਕਾਂ ਨਾਲ ਇੱਕ ਗੱਲ ਜ਼ਰੂਰ ਸਾਂਝੀ ਕਰਨੀ ਚਾਹੁੰਦਾ ਕਿ ਜਿਹੜੀਆਂ ਅਸੀਂ ਗੱਲਾਂ ਇੱਥੇ ਪੰਜਾਬੀ ਸੱਥ ਪ੍ਰੋਗਰਾਮ ਵਿੱਚ ਬੈਠ ਕੇ, ਪੰਜਾਬੀ ਸੱਥ ਵਿੱਚ ਬੈਠੇ ਭੈਣਾਂ ਭਰਾਵਾਂ ਨੂੰ ਸੰਬੋਧਨ ਹੋ ਕੇ ਕਰਦੇ ਹਾਂ, ਇਹਦਾ ਮਤਲਬ ਇਹ ਨਹੀਂ ਕਿ ਅਸੀਂ ਕਥਾਵਾਚਕ ਹਾਂ ਕੋਈ, ਹਾਂਜੀ, ਅਸੀਂ ਵਿਦਵਾਨ ਹਾਂ ਬਹੁਤ ਕੋਈ, ਸਾਨੂੰ ਬਹੁਤ ਗਿਆਨ ਆ, ਇੱਦਾਂ ਦੀ ਕੋਈ ਗੱਲ ਨਹੀਂ ਹੈ। ਸਮਾਜ ਵਿੱਚ ਜਿਹੜੀਆਂ ਗੱਲਾਂ ਸਾਨੂੰ ਲੱਗਦਾ ਕਿ ਇਹਨਾਂ ਦੇ ਉੱਤੇ ਵਿਚਾਰ ਚਰਚਾ ਕਰਨੀ ਚਾਹੀਦੀ, ਇਹਨਾਂ ਦੇ ਉੱਤੇ ਬੋਲਣਾ ਚਾਹੀਦਾ। ਸਾਡੀ ਇੱਕ ਸ਼ੁਰੂਆਤ ਹੁੰਦੀ ਆ, ਬਾਕੀ ਬੋਲਣਾ ਤੁਹਾਨੂੰ ਕਿਹੜਾ ਪਤਾ ਨਹੀਂ ਹੈ। ਬਿਲਕੁਲ ਜੀ, ਤੁਸੀਂ ਇੱਕ ਮਤਲਬ ਚਣਕਾਰੀ ਲਾਉਣ ਵਾਲੀ ਗੱਲ ਹੁੰਦੀ ਹੈ। ਬਿਲਕੁਲ ਠੀਕ ਹੈ ਜੀ। ਉਹ ਤੁਸੀਂ ਹੁਣ ਮੱਕੜ ਜਾਲ ਦੀ ਕਵਿਤਾ ਸੁਣਾਉਣੀ ਹੈ, ਤੁਸੀਂ ਸਾਰਾ ਕੁਝ ਦੱਸ ਦੇਣਾ ਉਹਦੇ 'ਚ। ਹਾਂ, ਕਿਉਂਕਿ ਡਿਊਟੀਆਂ ਰੱਬ ਨੇ ਜਿਵੇਂ ਲਾਈਆਂ ਨੇ, ਜਿਵੇਂ ਉਹ ਕਹਿੰਦੇ ਨਾ ਕਿ ਬੰਦਾ ਘਰ ਬਣਾਉਂਦਾ ਬਹੁਤ ਸੋਹਣਾ, ਸਾਰਾ ਕੁਝ ਕਰਦਾ, ਬਿਲਕੁਲ ਉਸ ਘਰ ਦੇ ਵਿੱਚ ਹੀ ਵੇਖੋ ਆਟੋਮੈਟਿਕਲੀ ਡਿਊਟੀਆਂ ਵੰਡੀਆਂ ਜਾਂਦੀਆਂ। ਜਿਹੜੀਆਂ ਵਿਚਾਰੀਆਂ ਭੈਣਾਂ ਨੇ, ਵਿਚਾਰੀਆਂ ਨਹੀਂ, ਸੌਰੀ ਗਲਤ ਮੂੰਹ ਨਿਕਲ ਗਿਆ, ਜਿਹੜੀਆਂ ਸਾਡੀਆਂ ਭੈਣਾਂ ਨੇ ਉਹਨਾਂ ਦੇ ਕੰਮ ਅਲੱਗ, ਬਜ਼ੁਰਗਾਂ ਦੇ ਕੰਮ ਅਲੱਗ, ਜਿਹੜੇ ਨੌਜਵਾਨ ਨੇ ਉਹਨਾਂ ਦੇ ਕੰਮ ਅਲੱਗ, ਬੱਚਿਆਂ ਦੇ ਅਲੱਗ। ਇਸੇ ਤਰ੍ਹਾਂ ਸਾਡੀ ਵੀ ਇੱਕ ਸਮਝੋ ਕਿ ਡਿਊਟੀ ਲੱਗੀ, ਮੇਰੀ ਤੇ ਭਾਜੀ ਦੀ, ਵੀ ਚਲੋ ਥੋੜਾ ਬਹੁਤਾ ਬੋਲ ਕੇ ਚਲੇ ਜਾ ਕਰੋ, ਸੁਣ ਲਿਆ ਤੁਸੀਂ ਤਾਂ ਵੀ ਠੀਕ ਆ। ਅਸੀਂ ਤਾਂ ਚੰਗਾਰੀ ਲਾਉਂਦੇ ਹਾਂ ਜੀ, ਜੇ ਚੰਗੀ ਲੱਗੇ ਤੇ ਅੱਗੇ ਗੱਲ ਵਧਣੀ ਚਾਹੀਦੀ, ਅਸੀਂ ਵਧਾਉਣਾ ਵੀ ਚਾਹੁੰਦੇ ਹਾਂ। ਬਿਲਕੁਲ ਜੀ, ਕਿਉਂਕਿ ਮਰ ਕੇ ਅਸੀਂ ਆਮ ਨਾਰਮਲੀ ਕਹਿੰਦੇ ਕਿ ਬੰਦਾ ਮਰ ਕੇ ਖਤਮ ਹੋ ਜਾਂਦਾ, ਮਰ ਕੇ ਕਦੇ ਜੋ ਪਾਸਾ ਬਦਲਦਾ ਨਹੀਂ ਤੇ ਜਿਉਂਦੇ ਜੀ ਵੀ ਟਿਕਦਾ ਨਹੀਂ। ਮਰ ਕੇ ਪਾਸਾ ਨਹੀਂ ਬਦਲਦਾ ਤੇ ਜਿਉਂਦੇ ਜੀ ਵੀ ਟਿਕਦਾ ਨਹੀਂ। ਜਾਂ ਅਸੀਂ ਸਿੱਧੀ ਲਾਈਨ ਦੇ ਵਿੱਚ ਜੇ ਤੁਹਾਨੂੰ ਔਖਾ ਲੱਗੇ ਤੇ ਕਹਿ ਲਓ ਕਿ ਜੋ ਮਰ ਕੇ ਕਦੇ ਪਾਸਾ ਵੀ ਨਹੀਂ ਬਦਲਦਾ, ਜਿਉਂਦੇ ਜੀ ਕਦੇ ਟਿਕਦਾ ਨਹੀਂ।
ਉਹ ਜਿਉਂਦੇ ਜੀ ਟਿਕਦਾ ਹੀ ਨਹੀਂ, ਟਿਕਦਾ ਨਹੀਂ ਬਿਲਕੁਲ। ਕਿਉਂਕਿ ਮਰਿਆ ਤੋਂ ਬਾਅਦ ਐਵੇਂ ਨਹੀਂ ਹੋ ਸਕਦਾ ਕਿ ਉਂਗਲ ਵੀ ਹਿਲਦੀ, ਪਾਸਾ ਤਾਂ ਬੜੀ ਦੂਰ ਦੀ ਗੱਲ ਆ। ਸਹੀ ਕੀਮਤ ਲੱਗਣ ਦੀ ਦੇਰ ਹੁੰਦੀ ਆ। ਅਸੀਂ ਕਹਿੰਦੇ ਨਾ ਵੀ ਇਸ ਦੁਨੀਆ 'ਚ ਬੜੇ ਬੜੇ ਬੈਠੇ ਨੇ, ਕੋਈ ਹੋਣਗੇ 100 ਚੋਂ ਇੱਕ, ਜਿਸ ਤਰ੍ਹਾਂ ਗੁਰਬਾਣੀ 'ਚ ਕਹਿੰਦੇ ਕਿ 100 ਚੋਂ ਇੱਕ ਕਿੱਲਾ ਹੁੰਦਾ। ਸਹੀ ਕੀਮਤ ਲੱਗਣ ਦੀ ਦੇਰ ਹੁੰਦੀ ਆ। ਦੱਸੋ ਕੌਣ ਮਿੱਤਰੋ ਇੱਥੇ ਵਿਕਦਾ ਨਹੀਂ? ਕੀ ਬਾਤ ਹੈ, ਦੱਸੋ ਕੌਣ ਮਿੱਤਰੋ ਇੱਥੇ ਵਿਕਦਾ ਨਹੀਂ। ਵਿਕਦਾ ਨਹੀਂ। ਲੋੜਾਂ ਨਾਲ ਬੱਧਾ ਜ਼ਮੀਰ ਵੀ ਮਾਰ ਲੈਂਦਾ। ਜਿਸ ਤਰ੍ਹਾਂ ਇਹ ਕਹਿੰਦੇ ਯਾਰ ਉਹ ਬੰਦੇ ਨੇ ਵਿਚਾਰੇ ਨੇ ਕਿਸ ਤਰ੍ਹਾਂ ਕੀਤਾ ਹੋਏ ਕੰਮ, ਉਹਦੀ ਜ਼ਮੀਰ ਉਸ ਤਰ੍ਹਾਂ ਨਹੀਂ ਕੋਈ ਬੰਦਾ ਮਾਰਦਾ, ਲੋੜਾਂ ਮਰਵਾ ਦਿੰਦੀਆਂ ਨੇ। ਕਿਉਂਕਿ ਕਿਸੇ ਨੂੰ ਹਰ ਇੱਕ ਨੂੰ ਟੈਗ ਨਾ ਕਰਦਿਆ ਕਰੋ। ਲੋੜਾਂ ਸੀ ਆਪ ਹੀ ਝਿੜੀਆਂ। ਹਾਂ, ਉਹੀ ਤੁਸੀਂ ਤੇ ਗੱਲ ਮੱਕੜ ਜਾਲਦੀ ਹੈ ਨਾ। ਲੋੜਾਂ ਨਾਲ ਬੱਧਾ ਜ਼ਮੀਰ ਵੀ ਮਾਰ ਲੈਂਦਾ, ਬੇਲੋੜਾ ਕਦੀ ਲਿਫਦਾ ਨਹੀਂ। ਜਿਹਨੂੰ ਜ਼ਰੂਰਤ ਹੈ ਉਹਨੂੰ ਕਹਣਾ ਵੀ ਆਹ ਕੰਮ ਕਰ ਯਾਰ, ਕਹਿੰਦਾ ਮੈਨੂੰ ਕੀ ਲੋੜ ਆ, ਮੈਨੂੰ ਕੀ ਲੋੜ ਆ। ਬੇਲੋੜਾ ਕਦੇ ਲਿਫਦਾ ਨਹੀਂ, ਮੈਂ ਮੇਰੀ ਦਾ ਮੱਕੜ ਜਾਲ ਫਸਾ ਲੈਂਦਾ। ਇਹ ਸੀ ਜੇ ਮੱਕੜ ਜਾਲ। ਮੈਂ ਮੇਰੀ ਦਾ ਮੱਕੜ ਜਾਲ ਫਸਾ ਲੈਂਦਾ, ਲੋਭ ਮੋਹ ਫਿਰ ਕਦੇ ਮਿਟਦਾ ਨਹੀਂ। ਗਰੀਬੀ ਬਿਮਾਰੀ ਤੇ ਰੋਟੀ ਲਈ ਧੱਕੇ, ਕੋਈ ਬੰਦਾ ਆਪ ਕਦੇ ਲਿਖਦਾ ਨਹੀਂ, ਇਹ ਉਹ ਲਿਖਦਾ ਆ। ਕਦੀ ਕਿਸੇ ਨੇ ਕਿਹਾ ਮੈਨੂੰ ਗਰੀਬੀ ਦੇ ਦੇ ਰੱਬਾ, ਜਾਂ ਮੈਨੂੰ ਧੱਕੇ ਦੇ ਦੇ ਰੱਬਾ, ਮੈਂ ਤੁਰੇ ਫਿਰਾਂ ਸਾਰੀ ਦੁਨੀਆ ਤੇ। ਗਰੀਬੀ ਬਿਮਾਰੀ ਤੇ ਰੋਟੀ ਲਈ ਧੱਕੇ, ਕੋਈ ਆਪ ਕਦੇ ਲਿਖਦਾ ਨਹੀਂ। ਤੇ ਜਦੋਂ ਕਿਸਮਤ ਨਾ ਮਿਹਨਤ ਦਾ ਸਾਥ ਦੇਵੇ, ਜਦੋਂ ਕਿਸਮਤ ਨਾ, ਅਲੱਗ-ਅਲੱਗ ਚੀਜ਼ਾਂ, ਜਦੋਂ ਕਿਸਮਤ ਨਾ ਮਿਹਨਤ ਦਾ ਸਾਥ ਦੇਵੇ, ਜਦੋਂ ਮਿਹਨਤ ਦਾ ਸਾਥ ਕਿਸਮਤ ਨਹੀਂ ਦਿੰਦੀ, ਜਦੋਂ ਕਿਸਮਤ ਨਾ ਮਿਹਨਤ ਦਾ ਸਾਥ ਦੇਵੇ, ਉਦੋਂ ਚੱਲਦਾ ਜ਼ੋਰ ਕਦੇ ਹਿੱਕਦਾ ਨਹੀਂ। ਉਹਨਾਂ ਦਾ ਮੈਂ ਤੇ ਬੜੀ ਮਿਹਨਤ ਬੜਾ ਟੇਲਾ ਲਾਇਆ ਪਰ ਬਣਿਆ ਕੁਛ ਨਹੀਂ, ਗੱਲ ਬਣੀ ਨਹੀਂ। ਤਾਂ ਹੀ ਕਹਿੰਦੇ ਨਾ ਕਿਸਮਤ ਲੱਖ, ਮਿਹਨਤ ਵਿੱਚ ਲੱਖ ਬਰਕਤਾਂ, ਪਰ ਕਿਸਮਤ ਬਾਜ ਨਾ ਕੁਝ। ਤੇ ਬੰਦਾ ਤੁਰ ਥੱਕਿਆ ਤੇ ਕੋਈ ਨਾ ਸਕਿਆ ਬੁੱਝ। ਕੀ ਬਾਤ। ਕਿਉਂਕਿ ਬੰਦਾ ਇਹ ਨਹੀਂ ਵੀ ਬੰਦਾ ਮਿਹਨਤ ਨਹੀਂ ਕਰਦਾ, ਸਾਰੇ ਮਿਹਨਤ ਹੁੰਦੇ, ਲੇਕਿਨ ਇਹ ਨਾ ਕਿਹਾ ਕਰੋ ਕਿ ਮੈਂ ਮਿਹਨਤ ਕਰਦਾ ਤੇ ਮੈਂ ਤਾਂ ਇੱਥੇ ਪਹੁੰਚ ਗਿਆ। ਕਿਸਮਤ ਸਾਥ ਦੇਵੇ। ਚਲੋ ਅਕਸ਼ੇ ਕੁਮਾਰ ਵੈਸੇ ਅੱਜ ਕੱਲ੍ਹ ਬਹੁਤ ਵਧੀਆ ਨਹੀਂ ਪਰਫਾਰਮ ਕਰ ਰਿਹਾ। ਮੈਂ ਉਹਦੀ ਇੰਟਰਵਿਊ ਸੁਣੀ ਬੰਦੇ ਦੀ, ਉਹ ਕਹਿੰਦਾ ਕਿ ਮੇਰੇ ਨਾਲ ਸੋਹਣੇ ਸੁਚੱਜੇ ਕਲਾਕਾਰ ਤੇ ਮੇਰੇ ਨਾਲ ਵੱਧ ਵਧੀਆ ਐਕਟਰ ਤੇ ਮੇਰੇ ਨਾਲ ਵੱਧ ਡਿਸਪਲਿਨ ਵਾਲੇ ਬਾਲੀਵੁੱਡ 'ਚ ਬੈਠੇ ਨੇ, ਪਰ ਮੇਰੀ ਕਿਸਮਤ ਆ, ਕਹਿੰਦਾ ਚੱਲ ਗਿਆ। ਬਿਲਕੁਲ ਠੀਕ। ਉਹ ਕਿਉਂਕਿ ਬੰਦਾ ਜਿਹੜਾ ਮਰਜ਼ੀ ਉਸ ਤਰ੍ਹਾਂ ਦਾ ਹੋਵੇ, ਉਹਦੀ ਜਿਹੜੀ ਚੰਗੀ ਗੱਲ ਉਹਨੂੰ ਜ਼ਰੂਰ ਆਪਣੇ, ਇਹਦੇ ਬਾਵਜੂਦ ਕੋਸ਼ਿਸ਼ ਤਾਂ ਕਰਨੀ ਚਾਹੀਦੀ। ਹਾਂ ਕਰੋ ਜੀ। ਨਹੀਂ ਉਹੀ ਉਹਨਾਂ ਕਿਹਾ ਨਾ ਕਿ ਮਿਹਨਤ ਕਰੋ, ਲੇਕਿਨ ਮਿਹਨਤ ਨਾਲ ਜਿੰਨੇ ਚਿਰ ਕਿਸਮਤ ਨਾਲ ਸਾਥ ਦੇਵੇ, ਉਦੋਂ ਚੱਲਦਾ ਜ਼ੋਰ ਫਿਰ ਹਿੱਕਦਾ ਨਹੀਂ। ਲੱਖ ਟੌਰ ਅਸਮਾਨੀ ਉੱਡੀਆਂ ਦੀ, ਪਰ ਜਿੰਨਾ ਚਿਰ ਉਹ ਡੋਰ ਖਿੱਚਦਾ ਨਹੀਂ, ਉਹਨਾਂ ਚਿਰ ਬਲ ਕੰਮ ਕਦੇ ਮੁੱਕਦੇ ਨਹੀਂ, ਜਿੰਨਾ ਚਿਰ ਸੱਥਰ ਘਰੇ ਵਿਛਦਾ ਨਹੀਂ। ਤੇ ਕਿੰਨੇ ਸਾਂਭੇ, ਹੁਣ ਉਹ ਕਿੰਨੀਆਂ ਧਰਤੀਆਂ ਸੀ, ਕਹਿੰਦੇ ਨੇ ਨਾ ਧਰਤੀ ਤੇ ਆਕਾਸ਼ ਬਹੁਤ ਜ਼ਿਆਦਾ ਨੇ, ਲੱਖ ਪਤਾਲਾਂ ਪਤਾਲ, ਲੱਖ ਆਗਾਸਾਂ ਆਗਾਸ। ਕਿੰਨੇ ਸਾਂਭੇ ਧਰਤੀ ਆਕਾਸ਼ ਤੇ ਪਾਣੀ, ਬੜਾ ਲੱਭਿਆ ਪਰ ਕਦੇ ਦਿਸਦਾ ਨਹੀਂ, ਜਿਹੜੀ ਅਸੀਂ ਹੁਣੇ ਗੱਲ ਕਰ ਰਹੇ ਹਾਂ। ਬੰਦਾ ਉਮਰ ਸਾਰੀ ਭਾਵੇਂ ਰਵੇ ਜਿੱਤਦਾ, ਪਰ ਜਦੋਂ ਆਵਾਜ਼ ਮਾਰੇ ਕਦੇ ਜਿੱਤਦਾ ਨਹੀਂ। ਕੀ ਬਾਤ, ਬਹੁਤ ਖੂਬ। ਹਾਂਜੀ, ਉਸੇ ਮੱਕੜ ਜਾਲ ਦੀ ਵਿੱਚ ਜਿਹੜੀ ਗੱਲ ਤੁਸੀਂ ਬੜੇ ਬਖੂਬੀ, ਬੜੇ ਨਿਵੇਕਲੇ ਸ਼ਬਦਾਂ 'ਚ ਕਰਦੇ ਹੈਗੇ ਆ, ਇਹਦੇ 'ਚ ਪਹਿਲੀ ਗੱਲ ਤਾਂ ਫਸਣ ਲੱਗੇ ਧਿਆਨ ਰੱਖਣਾ ਚਾਹੀਦਾ। ਬਿਲਕੁਲ। ਕਈ ਮੁਸੀਬਤਾਂ, ਸਾਰੀਆਂ ਮੁਸੀਬਤਾਂ ਮੈਂ ਸਮਝਦਾ ਅਸੀਂ ਆਪ ਹੀ ਛੇੜੀਆਂ ਹੁੰਦੀਆਂ। ਬਿਲਕੁਲ। ਮੱਕੜੀ ਆਪ ਹੀ ਜਾਲ ਬਣਾਉਂਦੀ ਆ, ਉਦੋਂ ਕੋ ਬਣਾ ਕੇ ਥੋੜੀ ਦਿੰਦਾ। ਮੈਂ ਕਹਿੰਦਾ ਬੰਦਾ ਮੱਕੜੀ ਨਾਲੋਂ ਵੀ ਜ਼ਿਆਦਾ ਗਾਹ ਲੱਗ ਜਾਂਦਾ ਜਦੋਂ, ਕਿਉਂਕਿ ਕਹਿੰਦੇ ਕਿ ਸਾਰੀ ਜਦੋਂ ਵੀ ਕਿਸੇ ਸਤਸੰਗ 'ਚ, ਵੈਸੇ ਕਿਉਂਕਿ ਅਸੀਂ ਪ੍ਰਵਚਨ ਜਿਵੇਂ ਭਾਜੀ ਨੇ ਕਿਹਾ ਕਰਨਾ ਨਹੀਂ ਚਾਹੁੰਦੇ, ਸਤਸੰਗ 'ਚ ਕਿਤੇ ਵੀ ਜਾਓ, ਸਾਧਾਂ 'ਚ ਜਾਓ, ਅਸੀਂ ਸੋਚਦੇ ਮਨ ਨੂੰ ਸ਼ਾਂਤੀ ਜਿਹੀ ਆ ਗਈ ਆ, ਬੜਾ ਮਨ ਸ਼ਾਂਤ ਹੋ ਗਿਆ। ਕਦੀ ਤੁਸੀਂ ਕਿਸੇ ਦਾਰੂਖਾਨੇ 'ਚ ਠੇਕੇ 'ਚ ਬਹੋਗੇ ਤਾਂ ਸਾਰੇ ਆਪੋ ਆਪਣਾ ਰੋਣਾ ਰੋਂਦੇ, ਕਦੀ ਕਿਸੇ ਦੇ ਮਨ ਨੂੰ ਸ਼ਾਂਤੀ ਆਈ ਹੈ? ਬਿਲਕੁਲ। ਉਹ ਇਸੇ ਕਰਕੇ ਨਹੀਂ ਆਉਂਦੀ ਕਿਉਂਕਿ ਉਹ ਕਹਿੰਦਾ ਯਾਰ ਮੈਂ ਤਾਂ ਇਸ ਕਰਕੇ ਪੀਣਾ ਕਿ ਮੈਂ ਦੁਖੀ ਬਣਾ, ਮੈਂ ਦੁਖੀ ਬਹੁਤ ਆ, ਦੂਜਾ ਕਹਿੰਦਾ ਮੈਂ ਸੁਖੀ ਬਹੁਤ ਆ। ਹਾਂ, ਮੇਰੇ ਕੋਲ ਮਾਇਆ ਹੀ ਇੰਨੀ, ਮੈਨੂੰ ਰਾਤ ਨੀਂਦ ਨਹੀਂ ਆਉਂਦੀ। ਹੁਣ ਵੇਖੋ ਉਹਨੂੰ ਵੀ ਰਾਤ ਨੀਂਦ ਨਹੀਂ ਆਉਂਦੀ ਤੇ ਉਹਨੂੰ ਵੀ ਰਾਤ ਨੀਂਦ ਨਹੀਂ ਆਉਂਦੀ। ਹੁਣ ਇੱਕ ਮੈਂ ਨੀਂਦ ਵਾਲੀ ਵੀ ਗੱਲ ਕਰ ਲਾਂ, ਮੈਂ ਭਾਜੀ ਨੂੰ ਗੱਲ ਹੀ ਬਾਅਦ 'ਚ ਕਰਨੀ ਨਹੀਂ। ਠੀਕ। ਹੁਣ ਵੇਖੋ ਜੀ, ਰਾਤ ਨੂੰ ਸੌਣਾ ਵੀ ਇੱਕ ਨਿਯਮਤ ਆ। ਉਹੀ ਮੇਰਾ ਸਵਾਲ ਜਦੋਂ ਤੁਸੀਂ ਆਹ ਗੱਲ ਕੀਤੀ, ਇੱਕਦਮ ਉਹ ਗੱਲ ਆ ਗਈ ਕਿ ਬੰਦਾ ਕਹਿੰਦਾ ਜੀ ਮੈਨੂੰ ਚੈਨ ਨਹੀਂ ਆਉਂਦੀ, ਮੈਂ ਸੁੱਤਾ ਜਿਹੜਾ ਸੌਂਦਾ ਨਹੀਂ, ਮੈਂ ਨੀਂਦ ਹੀ ਨਹੀਂ ਆਉਂਦੀ। ਜਾਂ ਨੀਂਦ ਮੈਂ ਉਹ ਉੱਦਾਂ ਹੁੰਦੀ ਆ ਤੇ ਪਰ ਮੇਰੇ ਫਿਕਰ ਜਿਹੜੇ ਆ, ਮੇਰੇ ਜਿਹੜੇ ਜ਼ਿੰਮੇਵਾਰੀਆਂ ਜਿਹੜੀਆਂ ਉਹ ਮੈਨੂੰ ਚੱਜ ਨਾਲ ਸੌਣ ਨਹੀਂ ਦਿੰਦੀਆਂ। ਇਹ ਆਮ ਬੰਦੇ ਗੱਲਾਂ ਕਰਦੇ। ਬਿਲਕੁਲ ਜੀ। ਠੀਕ ਹੈ ਜੀ। ਇਹ ਮੈਨੂੰ ਲੱਗਦਾ ਕਿ ਉਹ ਵੀ ਅਸੀਂ ਆਪ ਹੀ ਛੇੜਿਆ ਹੋਇਆ ਵੀ ਅਸੀਂ ਚੈਨ ਦੀ ਨੀਂਦ ਸੌਣਾ ਹੀ ਨਹੀਂ ਚਾਹੁੰਦੇ। ਬਿਲਕੁਲ ਜੀ, ਕਿਉਂਕਿ ਕੁਦਰਤ ਦਾ ਵੈਸੇ ਵੀ ਨਿਯਮ ਹੈ ਜੀ ਇੱਕ,
ਤੁਸੀਂ ਥੈਰੇਪੀ ਵਾਲੇ ਜਿਨ੍ਹਾਂ ਨੂੰ ਅਸੀਂ ਸਾਈਕੋਲੋਜੀਕਲ ਥੈਰੇਪੀਜ਼ ਵਾਲੇ ਵਗੈਰਾ ਉਹਨਾਂ ਨੂੰ ਕਦੀ ਡੀਲ ਕਰੀਏ, ਉਹ ਕਹਿੰਦੇ ਕਿ ਟਾਈਮ ਨਾਲ ਸੌਂ ਤੇ ਟਾਈਮ ਨਾਲ ਉੱਠੋ। ਉਹਨਾਂ ਨੇ ਕਿਤੇ ਉਹ ਸਾਡੇ ਗੁਰੂ ਨਾਨਕ ਦੇਵ ਜੀ ਨੂੰ ਜਾਂ ਗੁਰੂ ਗ੍ਰੰਥ ਸਾਹਿਬ ਨੂੰ ਫੋਲੋ ਨਹੀਂ ਕਰਦੇ ਗੋਰੇ ਜਾਂ ਦੂਜੇ, ਲੇਕਿਨ ਉਹਨਾਂ ਕੋਲ ਇੱਕ ਸਕੈਜੂਲ ਹੁੰਦਾ ਬਣਿਆ, ਐਦੋਂ ਕੁ ਖਾ ਲੈਣਾ, ਐਦੋਂ ਕੁ ਸੌ ਜਾਣਾ, ਐਦੋਂ ਕੁ ਉੱਠ ਪਿਓ। ਹਾਂਜੀ ਹਾਂਜੀ। ਜਾਂ ਇਸ ਸਮੇਂ ਉਹ ਕਾਰਨ ਇਹ ਆ ਕਿ ਸਾਡੇ ਗੁਰੂਆਂ ਨੇ ਜਿਹੜੀ ਚੀਜ਼ ਬਣਾਈ, ਉਹਨਾਂ ਨੇ ਵੇਲੇ ਬਣਾਏ ਸੀ, ਅੰਮ੍ਰਿਤ ਵੇਲਾ, ਰਾਤ ਜਾਂ ਸ਼ਾਮਾਂ ਜਾਂ ਲੋਢਾ ਵੇਲਾ, ਜੋ ਬਣਾਏ ਸੀ ਉਹਨਾਂ ਇਸੇ ਕਰਕੇ ਬਣਾਏ। ਪੈਰ ਕਹਿੰਦੇ ਹੋਈ ਉਹਨੂੰ। ਹਾਂਜੀ ਹਾਂਜੀ, 4 ਪੈਰ, ਦਿਨ ਦੇ 4 ਪੈਰ, ਐਤਵਾਰ। ਉਹ ਜਿਹੜੇ 4 ਪੈਰਾਂ ਦੀ ਗੱਲ ਹੈ ਜੀ, ਉਹ ਪੈਰ ਜਿਹੜੇ ਆ ਉਹ ਇੱਕ ਨਿਯਮ ਹੈ। ਹਾਂ ਬਿਲਕੁਲ ਬਿਲਕੁਲ, ਉਹ ਨਿਯਮਾਂ ਦੇ ਮੁਤਾਬਕ ਹੀ ਜ਼ਿੰਦਗੀ ਚੱਲਦੀ ਹੈ ਜੀ, ਰੂਟੀਨ ਤੁਹਾਡੀ ਲਾਈਫ ਦੀ। ਜੇ ਉਹ ਨਿਯਮ ਤੁਸੀਂ ਰੱਖਣੇ ਹੀ ਨਹੀਂ ਹੈਗੇ ਤੇ ਫਿਰ ਨੀਂਦ ਕਿੱਥੋਂ ਆ ਜਾਊ? ਬਿਲਕੁਲ ਬਿਲਕੁਲ ਜੀ। ਹਾਂ, ਤੁਸੀਂ ਖਾਸ ਕੰਮ ਕੋ ਕਰਦੇ ਹੋ ਉਦੋਂ ਤੁਸੀਂ ਥੋੜਾ ਬਹੁਤਾ ਇੱਧਰ ਉੱਧਰ ਹੋ ਸਕਦੇ, ਜਿਵੇਂ ਕਹਿੰਦੇ ਕਿ ਰਾਤ ਪਈ ਤੇ ਸੌਂ ਗਏ ਸਾਰੇ। ਕਿਉਂਕਿ ਜੇ ਵੈਸੇ ਮੈਂ ਸੋਚਦਾ ਸੀ ਕਹਿਣ ਲੱਗੇ ਰਾਤ ਪਈ ਤੇ ਬਾਤ ਗਈ। ਹਾਂ ਨਹੀਂ, ਉਹ ਵੀ ਹੁੰਦੀ ਵੀ ਰਾਤ ਗਈ ਤੇ ਬਾਤ ਗਈ। ਹਾਂਜੀ। ਰਾਤ ਪਈ ਤੇ ਸੌਂ ਗਏ ਸਾਰੇ, ਪਰ 2 ਚੰਨ ਚਕੋਰ ਨਾ ਸੁੱਤੇ। ਇੱਕ ਚੰਦਰਮਾ ਨਹੀਂ ਸੌਂਦਾ ਕਿਉਂਕਿ ਉਹਨੇ ਤੁਹਾਨੂੰ ਚਾਨਣ ਦੇਣਾ ਹੁੰਦਾ, ਤੇ ਚਕੋਰ ਉਹਦੇ ਨਾਲ ਪ੍ਰੀਤ ਹੁੰਦੀ ਹੈ, ਉਹ ਦਿਨੇ ਸੌਂ ਲੈਂਦੀ ਚੰਨ ਦੀ ਚਾਨਣੀ ਨਾਲ ਉਹਦੀ। ਹਾਂਜੀ। ਰਾਤ ਪਈ ਤੇ ਸੌਂ ਗਏ ਸਾਰੇ, ਪਰ ਦੋਵੇਂ ਚੰਨ ਚਕੋਰ ਨਾ ਸੁੱਤੇ, ਰੱਬ ਨਾਲ ਗੂੜੀਆਂ ਪ੍ਰੀਤਾਂ ਵਾਲੇ। ਜਿਨ੍ਹਾਂ ਨੇ ਅੰਮ੍ਰਿਤ ਵੇਲੇ ਉੱਠ ਕੇ ਜਾਂ ਰਾਤ ਦੇ ਪਹਿਰ ਰਾਤ ਤੱਕ ਪਾਠ ਕਰਨਾ ਜਾਂ ਰੱਬ ਨੂੰ ਯਾਦ ਕਰਨਾ। ਰੱਬ ਨਾਲ ਗੂੜੀਆਂ ਪ੍ਰੀਤਾਂ ਵਾਲੇ ਜਾਂ ਆਸ਼ਿਕ ਕੁੱਤੇ ਭੌਰ ਨਾ ਚੋਰ ਨਾ ਸੁੱਤੇ। ਆਸ਼ਿਕ ਉਹਨੂੰ ਘੱਟ ਨੀਂਦ ਆਉਂਦੀ ਕਿਉਂਕਿ ਉਹਦੀਆਂ ਲੱਗੀਆਂ ਹੁੰਦੀਆਂ ਕਿਤੇ, ਤੇ ਕੁੱਤਾ ਇਸ ਕਰਕੇ ਉਹਨੇ ਰਖਵਾਲੀ ਕਰਨੀ ਹੁੰਦੀ ਮਾਲਕ ਦੇ ਘਰ ਦੀ, ਤੇ ਚੋਰ ਨੂੰ ਇਹ ਹੁੰਦਾ ਵੀ ਲੋਕੀ ਸੌਣਗੇ ਤੇ ਮੇਰੇ ਦਾ ਲੱਗਣਾ, ਮੇਰਾ ਦਾ ਵੱਜਣਾ, ਮੇਰਾ ਦਾ ਉਹਦੇ ਵਜ੍ਹਾ। ਚੋਰ ਨਾ ਸੁੱਤੇ। ਹੁਣ ਵੇਖੋ ਜੀ, ਸੌਣਾ ਉੱਠਣਾ ਨਿਯਮ ਹੈ ਰੱਬ ਦਾ, ਤੇ ਪਾਲਣ ਕਰਨਾ ਫਰਜ਼ ਹੈ ਸਭ ਦਾ। ਉਹ ਸਾਰਿਆਂ ਦਾ ਪਾਲਣ ਉਹੀ ਕਰਦਾ। ਅਸੀਂ ਕਹਿ ਦਿੰਦੇ ਨੇ ਮੈਂ ਪਾਲਦਾ, ਜਦੋਂ ਤੁਸੀਂ ਮਰ ਜਾਂਦੇ ਉਦੋਂ ਵੀ ਬੱਚੇ ਪਾਲਦੇ ਹੀ ਆ। ਬਿਲਕੁਲ। ਪਾਲਣ ਕਰਨਾ ਉਹਦਾ ਫਰਜ਼ ਹੈ ਸਭ ਦਾ, ਸੂਰਜ ਚੰਨ ਵੀ ਸਮੇਂ ਨਾ ਫੱਬਦਾ। ਬਿਲਕੁਲ। ਹੁਣ ਦਿਨੇ ਰਾਤ ਨੂੰ 10-11 ਵਜੇ ਸੂਰਜ ਚੜ੍ਹ ਪਿਆ, ਬੜੀ ਅਨਹੋਣੀ ਹੋ ਗਈ ਜੀ, ਰਾਤ 12 ਵਜੇ ਸੂਰਜ ਚੜ੍ਹ ਗਿਆ। ਨਹੀਂ ਪਰ ਤੁਸੀਂ ਦੇਖੋ ਹੁਣ ਜਦੋਂ ਸਮਰ ਆ ਗਈ ਆ ਕੈਨੇਡਾ ਦੇ ਵਿੱਚ, ਆ ਗਈ ਕਹਿ ਸਕਦੇ ਆਪਾਂ, ਸਪਰਿੰਗ ਆ ਗਈ, ਸਮਰ ਆ ਗਈ, ਇਹ ਰਾਤ ਨੂੰ ਵਾਹਵਾ ਹਨੇਰੇ ਤਾਈਂ 10-11 ਵਜੇ ਤੱਕ ਚੋਖਾ ਚਾਨਣ ਹੁੰਦਾ। ਹਾਂ ਉਹੀ ਨਾ, ਇਹ ਤੇ ਹੋ ਗਿਆ ਨਾ, ਲੇਕਿਨ ਰਾਤ ਤਾਂ ਪੈਂਦੀ ਆ ਨਾ। ਅਸੀਂ ਇਹ ਨਹੀਂ ਕਹਿ ਸਕਦੇ ਵੀ ਸਾਰੀ ਰਾਤ ਹੀ ਸੂਰਜ ਚੜਿਆ ਰਹਿੰਦਾ, ਚੰਦਰਮਾ ਵੀ ਚੜ੍ਹਦਾ, ਤੇ ਸੂਰਜ ਚੰਨ ਵੀ ਸਮੇਂ ਨਾ ਫੱਬਦਾ। ਇਹੀ ਕਰਕੇ ਤੇ ਕਿਹਾ ਵੀ ਸਮੇਂ ਨਾ ਫੱਬਦਾ, ਪਰ ਕੋਈ ਰੋਜੀ ਰੋਟੀ ਦੀ ਲੋੜ ਨਾ ਸੁੱਤੇ। ਕਈ ਉਹਨਾਂ ਨੂੰ ਰੋਜੀ ਰੋਟੀ ਦੀ ਲੋੜ ਨਹੀਂ, ਜਿਹਨਾਂ ਨੂੰ ਰਾਤ ਨੂੰ ਵਿਚਾਰੀਆਂ ਸ਼ਿਫਟਾਂ ਲਾਉਣੀਆਂ ਜਾਂ ਕੰਮ ਕਰਨੇ। ਕਈ ਰੋਜੀ ਰੋਟੀ ਦੀ ਲੋੜ ਨਾ ਸੁੱਤੇ, ਰੱਬ ਨਾਲ ਗੂੜੀਆਂ ਪ੍ਰੀਤਾਂ ਵਾਲੇ, ਆਸ਼ਿਕ ਉੱਤੇ ਚੋਰ ਨਾ ਸੁੱਤੇ। ਫਿਕਰ ਖੁਸ਼ੀਆਂ ਗਮ ਨਾ ਸੁੱਤੇ। ਹੁਣ ਜਿਹੜੀ ਆਪਾਂ ਗੱਲ ਕਰ ਰਹੇ ਸਾਂ ਵੀ ਜਿਹੜੀਆਂ ਚੀਜ਼ਾਂ ਸੌਂਦੀਆਂ ਨਹੀਂ ਗੀਆਂ, ਸਾਡੇ ਸੁੱਤੇ ਤੇ ਵੀ ਨਹੀਂ ਸੌਂਦੀਆਂ, ਸੁਪਨੇ 'ਚ ਤੁਰੀਆਂ ਫਿਰਦੀਆਂ, ਜੋ ਸੌਣ ਨਹੀਂ ਦਿੰਦੀਆਂ। ਹਾਂ, ਤੇ ਸੁਪਨੇ 'ਚ ਤੁਰੀਆਂ ਫਿਰਦੀਆਂ, ਵੀ ਸੁਪਨੇ ਵੀ ਉਹੀ ਆਉਂਦੇ ਆ। ਫਿਕਰ ਜਿਹੜੀ ਸਾਨੂੰ ਟੈਨਸ਼ਨ, ਜਿਹਨੂੰ ਅਸੀਂ ਟੈਨਸ਼ਨ ਸਭ ਤੋਂ ਵੱਡੀ ਬਿਮਾਰੀ। ਫਿਕਰ ਖੁਸ਼ੀਆਂ ਗਮ ਨਾ ਸੁੱਤੇ। ਖੁਸ਼ੀਆਂ ਜਿੱਦਾਂ ਵਿਆਹ ਸ਼ਾਦੀ ਹੋਵੇ, ਅਸੀਂ ਰਾਤ 2-2 ਵਜੇ ਤੱਕ ਡੀਜੇ ਤੇ ਨੱਚਦੇ ਰਹਿੰਦੇ ਆ, ਸੌਂਦੇ ਨਹੀਂ ਗੇ, ਉਦੋਂ ਬਾਅਦ ਵੀ ਬਨੇਰੇ ਫਿਰ ਉੱਠ ਪੈਂਦੇ। ਫਿਕਰ ਖੁਸ਼ੀਆਂ ਗਮ ਨਾ ਸੁੱਤੇ, ਪਾਣੀ ਹਵਾ ਤੇ ਦਮ ਨਾ ਸੁੱਤੇ। ਕੀ ਬਾਤ। ਨਾ ਪਾਣੀ ਸੌਂਦਾ ਨਾ ਹਵਾ ਸੌਂਦੀ ਆ, ਦਮ ਨਹੀਂ ਸੌਂਦਾ। ਜਿਸ ਦਿਨ ਸੌਂ ਗਿਆ ਉਸ ਦਿਨ ਤਾਂ ਫਿਰ ਸੌਂ ਹੀ ਗਿਆ, ਸਾਹ ਜਦੋਂ ਬੰਦ ਹੋ ਗਿਆ ਗਈ ਗੱਲ। ਪਾਣੀ ਹਵਾ ਤੇ ਦਮ ਨਾ ਸੁੱਤੇ, ਸੁਪਨਿਆਂ ਵਿਚਲੇ ਭਰਮ ਨਾ ਸੁੱਤੇ, ਤੇ ਕਈ ਬਿਮਾਰੀ ਦੇ ਜ਼ੋਰ ਨਾ ਸੁੱਤੇ। ਬਿਮਾਰ ਬੰਦੇ ਨੂੰ ਨੀਂਦ ਘੱਟ ਆਉਂਦੀ ਆ ਜੀ। ਬਿਲਕੁਲ। ਕਈ ਬਿਮਾਰੀ ਦੇ ਜ਼ੋਰ ਨਾ ਸੁੱਤੇ, ਰਾਤ ਪਈ ਤੇ ਸੌਂ ਗਏ ਸਾਰੇ, ਪਰ ਦੋਵੇਂ ਚੰਨ ਚਕੋਰ ਨਾ ਸੁੱਤੇ। ਹੁਣ ਵੇਖੋ ਜੀ, ਕਈ ਸੌਂ ਗਏ ਸਹੂਲਤਾਂ ਕਰੋੜਾਂ ਉੱਤੇ। ਕਈਆਂ ਨੂੰ ਕਰੋੜਾਂ ਦੀ ਹਰ ਤਰ੍ਹਾਂ ਦੀ ਸਹੂਲਤ ਹੁੰਦੀਆਂ ਨੇ, ਵੀ ਆਹ ਵੀ ਜੇ ਵੀ ਨੌਕਰ ਚਾਕਰ ਬੈੱਡ ਸਭ ਕੁਝ। ਕਈ ਸੌਂ ਗਏ ਸਹੂਲਤਾਂ ਕਰੋੜਾਂ ਉੱਤੇ, ਤੇ ਕਈ ਸੌਂ ਗਏ ਨੇ ਰੋੜਾਂ ਉੱਤੇ। ਬਿਲਕੁਲ, ਬੜੀ ਵਧੀਆ ਗੱਲ ਹੈ। ਕਈ ਸੌਂ ਗਏ ਸੁੱਤੇ ਸਹੂਲਤਾਂ ਕਰੋੜਾਂ ਉੱਤੇ, ਤੇ ਕਈ ਸੌਂ ਗਏ ਨੇ ਰੋੜਾਂ ਉੱਤੇ। ਉਹ ਬਲ ਜ਼ਿੰਦਗੀ ਦੀਆਂ ਦੌੜਾਂ ਉੱਤੇ, ਕਈ ਕਰਦੇ ਨਾ ਗੌਰ ਨਾ ਸੁੱਤੇ। ਜਿਸ ਤਰ੍ਹਾਂ ਅਸੀਂ ਹੁਣ ਕਹਿੰਦੇ ਵੀ ਮੈਂ ਆਹ ਵੀ ਕਰਨਾ, ਆਹ ਵੀ ਕਰਨਾ, ਉਹ ਜ਼ਿੰਦਗੀ ਦੀ ਦੌੜ 'ਚ ਹੀ ਕਈ 12-12 ਵਜਾ ਦਿੰਦੇ ਵੀ ਆਹ ਵੀ ਕਰਨਾ ਚਾਹੀਦਾ, ਆਹ ਵੀ ਕਰਨਾ ਚਾਹੀਦਾ। ਬਿਲਕੁਲ ਠੀਕ ਹੈ। ਦੇਖੋ ਜੀ, ਨੀਂਦ ਉਹਨੂੰ ਨਹੀਂ ਆਉਂਦੀ ਜਿਹੜਾ ਫਿਕਰਾਂ ਦੇ ਵਿੱਚ ਫਸਿਆ ਹੋਇਆ। ਫਿਕਰ ਕਈ ਤਾਂ ਉਹਦੇ ਸਮਾਜਿਕ ਜ਼ਿੰਮੇਵਾਰੀਆਂ ਦੇ ਫਿਕਰ ਹੈਗੇ, ਪਰਿਵਾਰਕ ਜ਼ਿੰਮੇਵਾਰੀਆਂ ਦੇ ਫਿਕਰ ਹੈਗੇ। ਕਈ ਫਿਕਰ ਸਹੇੜੇ ਹੋਏ ਆਪ ਹੀ। ਉਹ ਜਿਹੜੇ ਆਪ ਸਹੇੜੇ ਹੋਏ ਫਿਕਰ ਹੈਗੇ ਆ, ਉਹਨਾਂ ਤੋਂ ਪਰਹੇਜ਼ ਕਰਨ ਦੀ ਲੋੜ ਆ, ਆਪਣੇ ਆਪ ਨੂੰ ਬਚਾਉਣ ਦੀ ਲੋੜ ਆ। ਬਿਲਕੁਲ ਠੀਕ ਹੈ ਜੀ। ਇੱਕ ਫਿਕਰ ਐਵੇਂ ਹੀ ਹੁੰਦੇ ਆ, ਪੰਜਾਬ ਦਾ ਮੁੱਖ ਮੰਤਰੀ ਕੌਣ ਬਣ ਗਿਆ, ਹੁਣ ਅਗਲੀ ਵਾਰੀ ਕੌਣ ਬਣੂਗਾ, ਜਾਂ ਪਿਛਲੀ ਵਾਰੀ ਨੇ ਕੀ ਕੀਤਾ, ਇਹਨਾਂ ਨੇ ਕੀ ਕਰਨਾ, ਉਹਨਾਂ ਨੇ ਕੀ ਕਰਨਾ। ਇਹ ਫਿਕਰ ਨਜਾਇਜ਼ ਐਵੇਂ। ਬਿਲਕੁਲ। ਵੇਖੋ ਜੀ, ਰੱਤ ਬਸਾਉਣ ਵਾਲੇ ਨਾ ਕੱਢਣਾ ਨਾ ਪਾਉਣਾ ਕੁਛ। ਵੇਖੋ
ਮੈਂ ਕਾਂਗਰਸੀ ਹਾਂ, ਭਾਜੀ ਅਕਾਲੀ ਨੇ, ਕੋਈ ਆਮ ਆਦਮੀ ਪਾਰਟੀ ਵਾਲਾ ਹੋਊ, ਕੋਈ ਦੂਜੇ ਵਾਲਾ ਹੋਊ, ਕੋਈ ਤੇ ਇਹ ਵੈਸੇ ਮੈਂ ਇੱਕ ਜਿਉਂ ਕੀਤਾ, ਵੈਸੇ ਮੈਂ ਕਾਂਗਰਸੀ ਵੀ ਨਹੀਂ, ਭਾਜੀ ਅਕਾਲੀ ਵੀ ਨਹੀਂ ਗੇ, ਅਸੀਂ ਸਾਰੇ ਕਿਸੇ ਪਾਰਟੀ ਨੂੰ ਨਹੀਂ ਬਿਲੋਂਗ ਕਰਦੇ। ਉਹਦੇ ਵਿੱਚ ਆਪਾਂ ਕੀ ਕਰਦੇ ਹਾਂ, ਕਿਸੇ ਨੇ ਕਹਿਤਾ ਭਗਵੰਤ ਮਾਨ ਜਿੰਦਾਬਾਦ, ਥੱਲੇ ਮੇਰੇ ਵਰਗੇ ਉਸੇ ਵੇਲੇ ਕਮੈਂਟ ਕਰਨੇ ਸ਼ੁਰੂ ਕਰ ਦੇਣੇ ਆ, ਇਹਨੇ ਕੀ ਕਰ ਰਿਹਾ, ਨਹੀਂ ਜੀ ਉਹਦੇ ਗਲਤ, ਉਹ ਤੋਂ ਵੀ ਬੜੀ ਗਾਹ ਤੱਕ ਚਲੇ ਜਾਂਦੇ ਆ, ਸ਼ਰਾਬੀ ਤੱਕ, ਜੇ ਉਹ ਸਾਰਿਆਂ ਤੱਕ ਵੀ ਕੀ ਕਰ ਲੈਣਾ, ਭੰਡ ਤੱਕ, ਹਰ ਚੀਜ਼ ਤੱਕ। ਹੁਣ ਕਿਸੇ ਨੇ ਕਹਿ ਦਿੱਤਾ ਵੀ ਭਾਈ ਸੁੱਖ ਵਿਲਾਸ ਉੜ ਜੂਗਾ ਜਾਂ ਸਿਸਵਾ ਫਾਰਮ ਖਤਮ, ਤੇ ਥੱਲੇ ਲੋਕਾਂ ਨੇ ਕਮੈਂਟ ਕਰਨੇ ਜੀ ਉਹ ਬਾਦਸ਼ਾਹ ਹੋ ਜੇ ਉਹ ਸਾਰਾ, ਇਹ ਤੁਹਾਡੀ ਚਾਹੀਦੀ ਨਹੀਂ ਗੀ। ਇਹ ਉਹਨਾਂ ਦਾ ਮਸਲੇ ਮੱਲੋ ਮੱਲੀ ਦੀ ਸਮੱਸਿਆ ਆਪਦੇ ਗਲ ਪਈ ਅਸੀਂ, ਬਿਲਕੁਲ ਬਿਲਕੁਲ, ਨਾ ਕੱਢਣਾ ਨਾ ਪਾਉਣਾ ਕੁਛ। ਇਹ ਤੇ ਆ ਵੀ ਤੁਰੇ ਜਾਂਦੇ ਬੈਠੇ ਸੁੱਤੇ ਕੁੱਤੇ ਨੂੰ ਛੇੜ ਕੇ ਤੇ ਉਂਝ ਇਹ ਗੱਲ ਹੈ ਜੀ, ਜੇ ਇਹ ਗੱਲਾਂ ਚਰਚਾ ਦੇ ਵਿੱਚ ਹੈਗੀਆਂ ਤੇ ਚੰਗੀ ਗੱਲ ਹੈ। ਹਾਂ ਬਿਲਕੁਲ, ਚਰਚਾ ਚੰਗੀ ਗੱਲ ਹੈ। ਇਹਦਾ ਸੰਬੰਧ ਅਸਲ ਵਿੱਚ ਭਾਵੇਂ ਨਿੱਜੀ ਇੱਕ ਇੰਡੀਵਿਜੂਅਲ ਨਾਲ ਨਹੀਂ ਹੈਗਾ, ਪਰ ਇੱਕ ਸੂਬੇ ਨਾਲ ਹੈ, ਸੂਬੇ ਦੇ ਲੋਕਾਂ ਨਾਲ ਹੈ, ਜਿਨ੍ਹਾਂ ਲੋਕਾਂ ਨੇ ਲੁੱਟ ਕੇ ਖਾ ਲਿਆ ਸੂਬੇ ਨੂੰ, ਉਹਨਾਂ ਦੇ ਬਾਰੇ ਗੱਲ ਹੋਣੀ ਚਾਹੀਦੀ ਆ। ਪਰ ਅਸੀਂ ਸਿਰਫ ਸਵਾਦ ਲੈਣ ਦੀ ਖਾਤਰ ਵੀ ਚੱਲ ਘੜੀ ਦੀ ਘੜੀ ਗੱਲ ਕਰ ਲਓ, ਬਾਅਦ ਵਿੱਚ ਤੂੰ ਕੌਣ ਮੈਂ ਕੌਣ, ਉਹਦਾ ਵੀ ਫਾਇਦਾ ਨਹੀਂ। ਹਾਂ, ਬਣਦਾ ਯੋਗਦਾਨ ਪਾਉਣਾ ਚਾਹੀਦਾ। ਯੋਗਦਾਨ ਦਾ ਮਤਲਬ ਇਹ ਨਹੀਂ ਹੈ ਕਿ ਉੱਥੇ ਜਾ ਕੇ ਡਾਂਗੋ ਸੁੱਟੀ ਹੋਵੋ ਕਿਸੇ ਨਾਲ, ਇਹ ਵੀ ਯੋਗਦਾਨ ਨਹੀਂ ਹੈ। ਯੋਗਦਾਨ ਇਹ ਹੈ ਕਿ ਜੇ ਤੁਹਾਨੂੰ ਸਮਝ ਹੈ ਤੇ ਤੁਸੀਂ ਉਹਦੇ ਲਈ ਕਿਸੇ ਨੂੰ ਗਾਈਡ ਕਰ ਦਿਓ, ਕੰਮ ਕਰਨ ਵਾਲਿਆਂ ਨੂੰ ਆਪਦੀ ਜਿਹੜੀ ਆ ਸਮਝਾਉਣੀ ਦੇ ਸਕਦੇ ਹੋ। ਬਿਲਕੁਲ ਬਿਲਕੁਲ ਜੀ, ਉਹ ਕੰਮ ਨਾ ਕਰਿਆ ਕਰੋ। ਉਹ ਕਹਿੰਦੇ ਨਾ ਕਿਸੇ ਜੱਟ ਨੇ ਮੂਸਲ ਲਾਇਆ ਸੀ ਪਿੰਡ ਦੇ ਬਿਲਕੁਲ ਬਾਹਰ ਵਾਲੇ ਕੰਢੇ ਤੇ, ਉਹ ਕਿਤੇ ਲੰਘਦਾ ਕੋਈ ਬੀੜੀ ਪੀ ਕੇ ਸੁੱਟ ਗਿਆ, ਉਹਨੂੰ ਅੱਗ ਲੱਗ ਗਈ। ਨਾਲ ਮੀਰਜ਼ਾਦਾ ਦਾ ਘਰ ਸੀ। ਹੁਣ ਸਾਰੇ ਲੋਕਾਂ ਰੌਲਾ ਪਾਤਾ ਵੀ ਮੂਸਲ ਨੂੰ ਅੱਗ ਲੱਗੀ, ਮੂਸਲ ਨੂੰ। ਉਹ ਵਿਚਾਰੀ ਕਹਿੰਦੀ ਹਾਂ ਮੇਰੀ ਚਿਰਾਗੋ ਇੱਥੇ ਨਹੀਂ, ਚਿਰਾਗੋ ਉਹਦੀ ਕੁੜੀ ਦਾ ਨਾਂ ਸੀ। ਉਹਨਾਂ ਕਿਹਾ ਤੂੰ ਚਿਰਾਗੋ ਨੇ ਕੀ ਕਰ ਲੈਣਾ ਬਜਾਨੀ, ਕਹਿੰਦੀ ਉਹ ਵੀ ਚਾਲ ਮਾਲ ਵੇਖ ਲੈਂਦੀ ਕਿੰਨੀ ਸੋਹਣੀ, ਕਹਿੰਦੀ ਅੱਗ ਵੀ ਉਹ ਤਾਂ ਤੇ ਮੂਸਲ ਸੜ ਗਿਆ ਤੇ ਤੇਰੀ ਚਾਗੋ ਦੀ ਚਾਲ ਮਾਲ ਵੇਖਣ ਵਾਲੀ ਰਹਿ ਗਈ। ਉਹ ਚਾਲ ਮਾਲ ਨਾ ਵੇਖਿਆ ਕਰੋ, ਮੂਸਲ ਸੜੇ ਤਾਂ ਉਹਦੇ ਧਿਆਨ ਦਿਓ ਵੀ ਉਹਨੂੰ ਬਚਾਉਣਾ ਕਿਵੇਂ ਸੀ। ਬਿਲਕੁਲ, ਉਹ ਕਿਵੇਂ ਕਰਨਾ ਸੀ। ਤੁਸੀਂ ਮੂਸਲ ਸਾੜ ਲੈਣਾ ਤੇ ਚਾਗੋ ਦੀ ਤੁਹਾਡੀ ਚਾਲ ਮਾਲ ਮੁੱਕਣੀ ਨਹੀਂ ਕਿ ਇਹ ਤੁਹਾਨੂੰ ਮੈਂ ਦੱਸ ਦਿਆਂ। ਬਿਲਕੁਲ ਬਿਲਕੁਲ। ਇਹ ਇੱਦਾਂ ਦੀ ਇੱਕ ਗੱਲ ਜਿਹੜੀ ਮੈਂ ਗਾਂਹ ਤੋਰਨੀ ਚਾਹੁੰਦਾ। ਹਾਂਜੀ, ਪਟਿਆਲੇ ਘਟਨਾ ਵਾਪਰੀ ਜਿਹੜੀ, ਹਾਂਜੀ ਹਾਂਜੀ ਹਾਂਜੀ, ਉਹ ਮੈਨੂੰ ਲੱਗਦਾ ਕਿ ਇਹਦੇ ਤੇ ਜ਼ਰੂਰ ਗੱਲ ਕਰਨੀ ਚਾਹੀਦੀ। ਬਿਲਕੁਲ ਬਿਲਕੁਲ, ਇਹ ਹਰ ਪੰਜਾਬੀ ਨੂੰ ਗੱਲ ਕਰਨੀ ਚਾਹੀਦੀ। ਹਾਂਜੀ, ਪੰਜਾਬੀ ਭਾਵੇਂ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੈਗਾ ਤੇ ਭਾਵੇਂ ਕਿਸੇ ਵੀ ਧਰਮ ਨਾਲ ਸੰਬੰਧਿਤ ਹੈਗਾ। ਬਿਲਕੁਲ ਬਿਲਕੁਲ, ਜੇ ਅਸੀਂ ਉਹ ਨਹੀਂ ਗੱਲ ਕਰਦੇ ਤੇ ਅਸੀਂ ਜਾਣ ਬੁੱਝ ਕੇ ਕਬੂਤਰ ਵਾਂਗੂ ਅੱਖਾਂ ਮੀਟ ਕੇ ਬੈਠੇ ਰਵਾਂਗੇ ਤੇ ਫਿਰ ਆਉਣ ਵਾਲੇ ਦਿਨ ਇਦੋਂ ਖਤਰਨਾਕ ਹੋ ਸਕਦੇ। ਜਿਨ੍ਹਾਂ ਲੋਕਾਂ ਨੇ ਸਾਜ਼ਿਸ਼ ਕੀਤੀ, ਇਹ ਇੱਕ ਨੰਗੀ ਗੱਲ ਹੋ ਗਈ ਹੈ, ਸਾਫ਼ ਗੱਲ, ਸਪਸ਼ਟ ਗੱਲ, ਪ੍ਰਤੱਖ ਰੂਪ ਵਿੱਚ ਸਾਹਮਣੇ ਸਾਰਾ ਕੁਝ ਤੱਥ ਆ ਗਏ ਕਿ ਇਹ ਇੱਕ ਸੋਚੀ ਸਮਝੀ ਸਾਜ਼ਿਸ਼ ਸੀ। ਇਹ ਉਹੋ ਜਿਹੀ ਸਾਜ਼ਿਸ਼ ਸੀ ਜਿਹੜੀ 84 ਤੋਂ ਪਹਿਲਾਂ ਹੁੰਦੀ ਸੀ। ਹਾਂਜੀ ਹਾਂਜੀ, ਬਿਲਕੁਲ। ਜਦੋਂ ਮੰਦਰਾਂ ਗੁਰਦੁਆਰਿਆਂ ਦੇ ਵਿੱਚ ਗਊਆਂ ਦੀਆਂ ਪੂਛਾਂ, ਸਿਗਰਟਾਂ ਦੀਆਂ ਡੱਬੀਆਂ ਟੁੱਟੀਆਂ ਜਾਂਦੀਆਂ ਸੀ ਤੇ ਫਿਰ ਭੜਕੇ ਹੋਏ ਲੋਕ ਨਾਅਰੇ ਲਾਉਂਦੇ ਸੀਗੇ, ਹਾਂਜੀ ਬਈ ਜਮਨਾ ਪਾਰ ਕਰ ਦਿਆਂਗੇ, ਦੂਜੇ ਕਹਿੰਦੇ ਅਸੀਂ ਪਾਕਿਸਤਾਨ ਭੇਜ ਦਿਆਂਗੇ। ਇਹ ਇਹੋ ਜਿਹੇ ਉਹ ਲੋਕ ਹੀ ਦੁਬਾਰਾ ਹੁਣ ਉੱਠੇ। ਉਹ ਭਾਵੇਂ ਕਿਸੇ ਧਿਰ ਨਾਲ ਸੰਬੰਧਿਤ ਹੈ, ਭਾਵੇਂ ਉਹ ਸ਼ਰਾਰਤ ਕਰਨ ਵਾਲੇ ਹਿੰਦੂ ਹੈ, ਹਿੰਦੂ ਚਿਹਰਾ ਮੋਹਰਾ, ਯਾਨੀ ਹਿੰਦੂ ਦਾ ਇੱਕ ਧਰਮ ਦੀ ਗੱਲ ਨਹੀਂ, ਹਿੰਦੂ ਚਿਹਰਾ ਮੋਹਰਾ, ਤੇ ਭਾਵੇਂ ਸਿੱਖ ਚਿਹਰਾ ਮੋਹਰਾ। ਜਿਨ੍ਹਾਂ ਲੋਕਾਂ ਨੇ ਸ਼ਰਾਰਤ ਕੀਤੀ ਆ ਉਹਨਾਂ ਨੂੰ ਅੱਜ ਕਟਹਿਰੇ ਦੇ ਵਿੱਚ ਨੰਗਿਆਂ ਕਰਨ ਦੀ ਲੋੜ ਹੈ, ਤਾਂ ਕਿ ਉਹਨਾਂ ਦਾ ਹਿਆ ਨਾ ਪਵੇ, ਹੌਸਲਾ ਨਾ ਪਵੇ ਕਿ ਉਹ ਇਹੋ ਜਿਹੀ ਦੁਬਾਰਾ ਹਾਲਾਤ ਪੈਦਾ ਕਰ ਦੇਣ ਜਿਹੜੇ 25 ਸਾਲ ਲੋਕਾਂ ਨੇ ਭੁਗਤੇ। 25 ਸਾਲਾਂ 'ਚ ਕਿੰਨੇ ਜਵਾਨ ਪੁੱਤਰ ਮਾਵਾਂ ਦੇ ਜਿਹੜੇ ਆ ਉਹ ਇਸ ਅੱਗ ਦੀ ਭੇਟ ਚੜ੍ਹ ਗਏ, ਜਿਨ੍ਹਾਂ ਦਾ ਕੋਈ ਖੁਰਾ ਖੋਜ ਨਹੀਂ, ਜਿਨ੍ਹਾਂ ਦਾ ਕੋਈ ਪਤਾ ਨਹੀਂ ਲੱਗਾ, ਔਰ ਉਹਨਾਂ ਦੀ ਗਿਣਤੀ 10, 20, 50 ਹਜ਼ਾਰ ਨਹੀਂ ਹੈ, ਕਿੰਨੇ ਹਜ਼ਾਰ ਗਿਣਤੀ ਆ ਉਹਨਾਂ ਦੀ, ਔਰ ਖੱਪ ਗਏ। ਬਿਲਕੁਲ, ਮਾਪੇ ਰੋਂਦੇ ਪਏ ਅੱਜ ਵੀ, ਉਹਨਾਂ ਦੇ ਪੱਲੇ ਹੱਥ ਪੱਲੇ ਕੁਛ ਨਹੀਂ ਆਇਆ। ਬਿਲਕੁਲ, ਸਾਡੇ ਅੰਮ੍ਰਿਤਸਰ 'ਚ ਇੱਕ ਇੰਟਰਵਿਊ ਦੇ ਰਹੇ ਸੀ ਬਜ਼ੁਰਗ, ਆਪ ਰਿਕਸ਼ਾ ਚਲਾਉਂਦੇ ਨੇ, ਉਹਨਾਂ ਨੇ ਰਿਕਸ਼ਾ ਚਲਾਉਂਦੇ ਤੇ ਉਹਨਾਂ ਦੀ ਵਾਈਫ ਜਿਹੜੀ, ਉਹਦੇ 3 ਬੇਟੇ ਜਿਹੜੇ ਸੀਗੇ, ਉਹ ਜਦੋਂ ਇਹ ਸਾਰੇ ਕੁਝ ਗੜਬੜ ਹੋਈ ਉਹਦੇ ਵਿੱਚ ਜੋ ਵੀ ਸਾਡੇ ਧਰਮ ਅਨੁਸਾਰ ਉਹ ਸ਼ਹੀਦ ਹੋ ਗਏ ਉਸ ਲੜਾਈ ਦੇ ਵਿੱਚ, ਜਾਂ ਜਿਵੇਂ ਵੀ ਲੋਕੀ ਕਹਿੰਦੇ ਨੇ। ਮੈਨੂੰ ਗੱਲ ਬੜੀ ਵਧੀਆ ਲੱਗੀ ਉਹ ਬਜ਼ੁਰਗਾਂ ਦੀ। ਉਹ ਕਹਿੰਦਾ ਜਿਨ੍ਹਾਂ ਦਾ ਪਾਕਿਸਤਾਨ ਬਣ ਗਿਆ ਹੁੰਦਾ ਉਹਨਾਂ ਨੂੰ ਪਾਕਿਸਤਾਨ ਮੁਬਾਰਕ ਆ, ਬਾਕੀ ਆਂਦਾ ਜਿਨ੍ਹਾਂ ਦਾ ਹਿੰਦੁਸਤਾਨ ਹੈ ਹਿੰਦੁਸਤਾਨ ਮੁਬਾਰਕ ਆ, ਕਹਿੰਦਾ ਜਾਂ ਖਾਲਿਸਤਾਨ ਬਣ ਜੂ ਉਹਨਾਂ ਨੂੰ ਖਾਲਿਸਤਾਨ ਮੁਬਾਰਕ ਆ। ਕਹਿੰਦਾ ਮੇਰੇ ਤੇ 3 ਬੱਚੇ ਨਹੀਂ ਨਾ ਵਾਪਸ ਆਉਂਦੇ। ਬਿਲਕੁਲ, ਉਹ ਕਿਹੜੇ ਖਾਤੇ ਪਾਓਗੇ? ਉਹ ਕਹਿੰਦਾ ਮੇਰੇ ਨਾਲ 3 ਬੱਚੇ ਵਾਪਸ ਆਏ ਤੇ ਕਹਿੰਦਾ ਮੇਰੇ ਸਾਡੀ ਹੁਣ ਐਸ ਉਮਰੇ ਇੱਕ ਛੋਟੇ ਜਿਹੇ ਉਹ ਛੰਨ ਜੀ ਬਣਾ ਕੇ ਉਹਦੇ 'ਚ ਅਸੀਂ ਕਹਿੰਦਾ ਰਹਿ ਰਹੇ ਆ, ਤੇ ਐਸ ਉਮਰੇ ਕਹਿੰਦਾ ਸਾਡਾ ਕੌਣ ਆ?
ਕਹਿਣਾ ਕਹਿੰਦਾ ਬੜਾ ਸੌਖਾ ਆ ਬਹੁਤ ਸੌਖਾ। ਕਿ ਕੁਰਬਾਨ ਹੋ ਜਾਓ, ਜੇ ਕਰ ਦੋ ਉਹ ਕਰ ਦੋ। ਫਾਇਦਾ ਤਾਂ ਵੀ ਜਿਹੜਾ ਕਹਿੰਦਾ ਉਹ ਆਪ ਕੁਰਬਾਨੀ ਦੇਵੇ। ਇਸੇ ਗੱਲ ਨੂੰ ਮੈਂ ਅੱਗੇ ਥੋੜੀ ਜਿਹੀ ਵਧਾਉਣਾ ਚਾਹੁੰਦਾ ਜੀ। ਮੈਂ ਇੱਕ YouTube ਤੇ ਉਹਨਾਂ ਲੋਕਾਂ ਦੀ ਗੱਲਬਾਤ ਸੁਣ ਰਿਹਾ ਸੀਗਾ। ਉਹਨਾਂ ਨੇ ਕਿਹਾ ਜੀ ਪਟਿਆਲੇ ਦੇ ਲੋਕਾਂ ਨੇ ਸਾਡਾ ਸਾਥ ਨਹੀਂ ਦਿੱਤਾ। ਮੈਂ ਤਾਂ ਕਹਿੰਦਾ ਚੰਗਾ ਕੀਤਾ, ਸਾਥ ਨਹੀਂ ਦਿੱਤਾ। ਬਿਲਕੁਲ। ਤੁਹਾਨੂੰ ਪਤਾ ਲੱਗ ਗਿਆ ਕਿ ਲੋਕ ਤੁਹਾਡੇ ਨਾਲ ਨਹੀਂ ਹੈ, ਤੇ ਤੁਸੀਂ ਕਿਹੜੇ ਸਿਰ ਤੇ ਬੜਕਾ ਮਾਰਦੇ ਪਏ ਹੋ। ਬਿਲਕੁਲ ਬਿਲਕੁਲ। ਦੂਜੇ ਪਾਸੇ ਉਹ ਜਿਹੜੇ ਹਿੰਦੂ ਕਮਿਊਨਿਟੀ ਦਾ ਆਪਣੇ ਆਪ ਬਣਿਆ ਲੀਡਰ ਸੀ, ਉਹਦਾ ਛੇਕਤਾ, ਉਹਨਾਂ ਦੀ ਮੈਨੇਜਮੈਂਟ ਨਹੀਂ ਉਹਦੀ ਜਿਹੜੀ ਚੰਗੀ ਜਿਹੜੀ ਖਰਮਸਤੀ ਲਾਈ ਉਹਦੀ। ਹਾਂ ਬਿਲਕੁਲ ਠੀਕ ਹੈ ਜੀ। ਪਹਿਲਾਂ ਤਾਂ ਉਹਦੀ ਛਿੱਤਰਪੋਲਾ ਚੰਗਾ ਤਗੜਾ ਕੀਤਾ, ਉਹਦੀ ਗੱਡੀ ਵੀ ਭੰਨੀ ਗਈ ਜੀ। ਗੱਡੀ ਕਿਸੇ ਵਿਰੋਧੀਆਂ ਨੇ ਨਹੀਂ ਭਰੀ, ਕਿਸੇ ਹੋਰ ਧਰਮ ਦੇ ਲੋਕਾਂ ਨੇ ਨਹੀਂ ਭਰੀ। ਹਾਂ ਉਹਨਾਂ ਦੇ ਬੰਦਿਆਂ ਨੇ ਭੰਨੀ। ਉਹਨਾਂ ਦੇ ਲੋਕਾਂ ਨੇ ਉਹਦੀ ਜਿਹੜੀ ਸੀ ਤਸੱਲੀ ਕਰਾਈ। ਹਾਂਜੀ, ਤਸੱਲੀ ਕਰਾਈ ਉਹਦੀ, ਤੇ ਮੁੜ ਕੇ ਉਹ ਸੰਸਥਾ ਚੋਂ ਕੱਢਤਾ। ਇਹ ਜ਼ਰੂਰੀ ਹੈ। ਜੇ ਇਹ ਲੋਕ ਨੰਗੇ ਹੋ ਗਏ ਔਰ ਉਹਨਾਂ ਦੀ ਲੀਡਰਸ਼ਿਪ ਨੇ ਹੀ ਉਹਨਾਂ ਨੂੰ ਪ੍ਰਵਾਨ ਨਹੀਂ ਕੀਤਾ। 2-3 ਬੰਦੇ ਆ ਜੀ। ਇੱਕ ਹਰੀਸ਼ ਜਿਹੜੇ ਸਿੰਗਲਾ ਸਾਹਿਬ ਆਪਣੇ ਆਪ ਨੂੰ ਸ਼ਿਵ ਸੈਨਾ ਦੇ ਜਿਹੜੇ ਮੁਖੀ ਕਹਾਉਂਦੇ ਸੀ। ਸ਼ਿਵ ਸੈਨਾ ਵੀ ਉਹ ਜਿਹੜੀ ਬਾਲ ਠਾਕਰੇ ਵਾਲੀ। ਠੀਕ ਹੈ, ਤੁਸੀਂ ਸੰਸਥਾ ਬਣਾਉਣ ਦਾ ਹਰ ਇੱਕ ਨੂੰ ਹੱਕ ਹੈ, ਨਾਅਰੇ ਮਾਰਨ ਦਾ ਵੀ ਹਰ ਇੱਕ ਨੂੰ ਹੱਕ ਹੈ, ਧਰਮ ਦੀ ਪੂਜਾ ਕਰਨ ਦਾ ਵੀ ਆਪਣੇ ਆਪ ਨੂੰ ਸਾਰਿਆਂ ਨੂੰ ਹੱਕ ਹੈ, ਕਿਸੇ ਨੂੰ ਖਾਲਿਸਤਾਨ ਦਾ ਕਹਿਣ ਦਾ ਵੀ ਹੱਕ ਹੈ, ਕਿਸੇ ਨੂੰ ਹਿੰਦੁਸਤਾਨ ਕਹਿਣ ਦਾ ਵੀ ਹੱਕ ਹੈ, ਕਿਸੇ ਨੂੰ ਭਾਰਤ ਮਾਤਾ ਕਹਿਣ ਦਾ ਵੀ ਹੱਕ ਹੈ, ਕਿਸੇ ਨੂੰ ਫਿਰ ਪਾਕਿਸਤਾਨ ਦਾ ਵੀ ਕਹਿਣ ਦਾ ਹੱਕ ਆ। ਕਹੀ ਜਾਓ ਸਾਰਾ ਕੁਝ, ਕੋਈ ਰੁਕਾਵਟ ਨਹੀਂ ਹੈ। ਪਰ ਤੁਸੀਂ ਦੇਖੋ, ਸ਼ਰਾਰਤ ਕਰਨ ਦੀ ਕੋਸ਼ਿਸ਼ ਕੀਤੀ, ਤੁਸੀਂ 2 ਫਿਰਕਿਆਂ ਦੇ ਵਿੱਚ ਵੱਡਾ ਪਾੜ ਪਾਉਣ ਦੀ ਕੋਸ਼ਿਸ਼ ਕੀਤੀ, ਜਿਹੜੀ ਸਾਂਝ ਪਿਛਲੀਆਂ 23 ਸਦੀਆਂ ਤੋਂ ਚੱਲੀ ਆ ਰਹੀ ਜੀ। ਤੁਸੀਂ ਦੇਖੋ ਸਾਰੇ ਹਿੰਦੁਸਤਾਨ ਦੇ ਵਿੱਚ ਜਦੋਂ ਵੀ ਫਿਰਕੂ ਦੰਗਿਆਂ ਦੀ ਅੱਗ ਭੜਕੀ ਰਹੀ ਹੈ, ਹਾਂਜੀ, ਪੰਜਾਬ 'ਚ ਨਹੀਂ ਆਈ ਗੱਲ। ਅਜੇ ਕੱਲ੍ਹ ਦੀਆਂ ਗੱਲਾਂ, ਉਹ ਜਿਹੜਾ ਦਿੱਲੀ ਵਿੱਚ, ਉੱਤਰ ਪ੍ਰਦੇਸ਼ ਵਿੱਚ, ਮੱਧ ਪ੍ਰਦੇਸ਼ ਵਿੱਚ, ਰਾਜਸਥਾਨ 'ਚ ਜੋ ਕੁਛ ਹੋਇਆ, ਜਦੋਂ ਲਾਊਡ ਸਪੀਕਰਾਂ 'ਤੇ ਪਾਬੰਦੀ ਲਾਉਣ ਦੀ ਗੱਲ ਕਿ ਮਸਜਿਦ 'ਚ ਅਸੀਂ ਅਜ਼ਾਨ ਦੇ ਲਾਊਡ ਸਪੀਕਰ ਨਹੀਂ ਵੱਜਣ ਦੇਣੇ, ਜਾਂ ਅਸੀਂ ਹਨੂੰਮਾਨ ਚਾਲੀਸਾ ਦੇ ਪਾਠ ਜਿਹੜੇ ਆ ਬਰਾਬਰ ਕਰਾਂਗੇ, ਇਹੋ ਜਿਹੀ ਹਾਲਾਤ ਬਣੇ ਸੀ। ਪੰਜਾਬ ਬਿਲਕੁਲ ਸ਼ਾਂਤ ਸੀ। ਉਹਨਾਂ ਨੇ ਕਿਹਾ ਇਹ ਸ਼ਾਂਤੀ ਕਿੱਧਰ ਰਹਿ ਜਾਊਗੀ। ਬਿਲਕੁਲ। ਨਾ ਉਹ ਸਿੰਗਲਾ ਸਾਹਿਬ ਸ਼ਾਂਤੀ ਚਾਹੁੰਦੇ ਤੇ ਨਾ ਪਰਵਾਨਾ ਸਾਹਿਬ ਚਾਹੁੰਦੇ। ਲੋਕਾਂ ਨੇ ਦੋਨਾਂ ਨੂੰ ਦਰਕਾਰਤਾ। ਬਿਲਕੁਲ ਜੀ। ਚਾਹੇ ਸਾਡੀ ਸਿੱਖ ਕਮਿਊਨਿਟੀ ਆ, ਚਾਹੇ ਹਿੰਦੂ ਕਮਿਊਨਿਟੀ ਆ, ਸਾਨੂੰ ਇਹ ਚੀਜ਼ ਵੇਖਣੀ ਪੈਣੀ ਆ ਵੀ ਸਾਡੇ ਲਈ ਘਾਤਕ ਕੌਣ ਹੈ। ਬਿਲਕੁਲ। ਕਿਉਂਕਿ ਬਿਮਾਰੀ ਜਿਹੜੀ ਆ ਉਹਦਾ ਇਲਾਜ ਲੱਭਣਾ ਪੈਣਾ। ਇਹ ਬਿਮਾਰੀ ਦੇ ਦੁਆਲੇ ਹੋ ਕੇ ਬਹਿਣ ਨਾਲ ਕੋਈ ਫਰਕ ਨਹੀਂ ਪੈਣਾ। ਇਹ ਕਰੋਨੇ ਨਾਲੋਂ ਵੀ ਮਾੜੀਆਂ ਚੀਜ਼ਾਂ ਨੇ। ਬਿਲਕੁਲ ਬਿਲਕੁਲ। ਕਰੋਨੇ ਨਾਲ ਤਾਂ ਤੁਸੀਂ ਬਚ ਬੁਝ ਗਏ ਜੀ, ਇਹਨਾਂ ਤੋਂ ਨਹੀਂ ਬਚਦੇ। ਹਾਂਜੀ। ਜੇ ਸਿੰਗਲਾ ਸਾਹਿਬ ਦੀ ਕਮਿਊਨਿਟੀ ਦੇ ਆਗੂਆਂ ਨੇ ਉਹਨਾਂ ਦੀ ਕੱਪੜ ਛਾਂਟ ਕੀਤੀ ਹੈ, ਚੰਗੀ ਤਰ੍ਹਾਂ ਝਾੜ ਝੰਪ ਕੀਤੀ ਆ, ਮੈਂ ਤਾਂ ਕਹੂੰਗਾ ਛਤਰਪਾਲਾ ਕੀਤਾ। ਇੱਦਾਂ ਹੀ ਹੋਇਆ। ਤਾਂ ਉਹਨਾਂ ਦੀ ਗੱਡੀ ਵੀ ਭੰਨੀ ਆ ਔਰ ਉਹਨਾਂ ਨੂੰ ਆਪਦੇ ਸੰਗਠਨ ਵਿੱਚੋਂ ਵੀ ਬਾਹਰ ਕੱਢਤਾ। ਤੇ ਪਰਵਾਨਾ ਸਾਹਿਬ ਨੂੰ ਵੀ ਇਹ ਮੰਨਣਾ ਪਿਆ ਕਿ ਯਾਰ ਲੋਕ ਸਾਡੇ ਨਾਲ ਨਹੀਂ ਤੁਰੇ। ਲੋਕੀ ਤਾਂ ਹੀ ਸਾਥ ਦੇਣਗੇ ਜੀ, ਲੋਕਾਂ ਨੂੰ ਪਤਾ ਲੱਗੇ ਕਿ ਅਸੀਂ ਪੋਜ਼ਿਟਿਵ ਕਰ ਰਹੇ ਹਾਂ ਕੁਝ। ਨੈਗੇਟਿਵਿਟੀ ਹੁਣ ਲੋਕੀ ਬੜੇ ਐਡਵਾਂਸ ਹੌਲੀ ਹੌਲੀ ਹੋ ਚੱਲੇ। ਮੈਂ ਤਾਂ ਧੰਨਵਾਦ ਕਰਦਾ ਲੋਕਾਂ ਦਾ ਜਿਹੜੇ ਸੁਧਾਰ ਵਾਲੇ ਪਾਸੇ ਜਾ ਰਹੇ ਨੇ। ਕਿਉਂਕਿ ਵੈਸੇ ਵੀ ਐਜ ਏ ਰਾਈਟਰ ਮੈਂ ਚੰਦ ਲਾਈਨਾਂ ਬੋਲਦਾ, ਉਸ ਤੋਂ ਬਾਅਦ ਆਪਾਂ ਗੱਲਬਾਤ ਜਾਰੀ ਰੱਖਾਂਗੇ। ਕਿ ਰੱਬ ਨਹੀਂ ਕਦੀ ਚਾਹੁੰਦਾ, ਜਿਵੇਂ ਤੁਸੀਂ ਕਹਿੰਦੇ ਕਿ ਰੱਬ ਨੂੰ ਕੀ, ਉਹਨੇ ਤਾਂ ਇੱਕ ਖੇਡ ਰਚਾਈ ਆ। ਜਿਵੇਂ ਬੱਚਾ ਆ, ਉਹਨੂੰ ਤੁਸੀਂ ਕਿੰਨੀਆਂ ਸਾਰੀਆਂ ਚੀਜ਼ਾਂ ਦੇ ਦਿਓ, ਉਹਨੂੰ ਉਹਦੇ ਹਿਸਾਬ ਨਾਲ, ਕਿਉਂਕਿ ਅਸੀਂ ਨਾ ਰੱਬ ਤੇ ਬੱਚੇ ਦਾ ਇੱਕੋ ਜਿਹਾ ਰੂਪ ਹੁੰਦਾ, ਉਹਦੀ ਮਰਜ਼ੀ ਆ, ਇਹਦੇ ਨਾਲ ਖੇਡਣਾ, ਉਹਨੂੰ ਲੱਤ ਮਾਰ ਕੇ ਦੂਜੀ ਭੰਨ ਦੇ। ਕਿਤੇ ਇਹ ਖਿਆਲ ਨਾ ਹੋਵੇ ਜੀ ਕਿ ਤਾਜ਼ੀ ਘਟਨਾ ਵਾਪਰੀ ਸੀ, ਅਸੀਂ ਉਹਨੂੰ ਪੰਜਾਬੀ ਸੱਥ ਵਿੱਚ ਕਿਉਂ ਜਿਹੜਾ ਡਿਸਕਸ ਕਰ ਰਹੇ ਹਾਂ। ਤਾਜ਼ੀਆਂ ਘਟਨਾ ਜੇ ਪੰਜਾਬ ਨਾਲ ਸੰਬੰਧਿਤ ਆ ਤਾਂ ਅਸੀਂ ਜ਼ਰੂਰ ਡਿਸਕਸ ਕਰਾਂਗੇ। ਬਿਲਕੁਲ ਬਿਲਕੁਲ। ਹੋਰ ਵੀ ਕਰਾਂਗੇ। ਉਹਦੇ 'ਚ ਇਹ ਆ ਕਿ ਅਸੀਂ ਪੰਜਾਬੀ ਸੱਥ 'ਚ ਬੈਠੇ ਆਪਣੇ ਭੈਣ ਭਰਾਵਾਂ ਨੂੰ ਇਹ ਚੌਕਸ ਕਰਨਾ ਚਾਹੁੰਦੇ ਹਾਂ ਕਿ ਜਿਹੜਾ ਭਾਈਚਾਰਾ ਅਸੀਂ ਬਹੁਤ ਵੱਡੀਆਂ ਕੁਰਬਾਨੀਆਂ ਦੇਣ ਤੋਂ ਬਾਅਦ ਕਾਇਮ ਰੱਖਿਆ ਸੀ, ਉਹਨੂੰ ਕੋਈ ਚਵਾਤੀ ਕੋਲ ਲਾਉਣ ਜਾ ਰਿਹਾ ਹੈਗਾ। ਜੇ ਚਵਾਤੀ ਲਾਉਣ ਦੀ ਕੋਈ ਕੋਸ਼ਿਸ਼ ਕਰਦਾ ਤੇ ਜੋ ਪਟਿਆਲੇ ਦੇ ਲੋਕਾਂ ਨੇ ਕੀਤਾ ਉਹੀ ਕਰਨਾ ਚਾਹੀਦਾ। ਬਿਲਕੁਲ ਬਿਲਕੁਲ ਜੀ। ਕਿਉਂਕਿ ਨਾਲੇ ਵੈਸੇ ਰੱਬ ਨੇ ਤੇ ਇਹ ਵੈਸੇ ਕਵਿਤਾ ਤੇ ਰੱਬ ਨੂੰ ਹੀ ਆ, ਉਲਾਂਭੇ ਵਾਲੀ ਗੱਲ ਵੀ ਉਹ ਚਾਹਵੇ ਤੇ ਕੀ ਨਹੀਂ ਕਰ ਸਕਦਾ, ਚਾਹਵੇ ਸਭ ਕੁਝ ਕਰ ਸਕਦਾ। ਵੀ ਰੱਬਾ ਤੇਰੇ ਇਹ ਹਿੰਦੂ ਮੁਸਲਿਮ ਸਿੱਖ ਤੇ ਈਸਾਈ, ਕਿਉਂਕਿ ਜਿੰਨੀਆਂ ਵੀ ਕੌਮਾਂ ਬਣਾਈਆਂ ਉਹਨੇ ਹੀ ਬਣਾਈਆਂ, ਉਹਨੇ ਨਹੀਂ ਬਣਾਈਆਂ ਅਸੀਂ ਅੱਗਾਂ ਵੰਡੀਆਂ ਪਾ ਲਈਆਂ, ਉਹਨੇ ਤਾਂ ਇੱਕੋ ਹੀ ਬਣਾਇਆ, ਇਨਸਾਨ ਹੀ ਬਣਾਇਆ। ਰੱਬਾ ਤੇਰੇ ਇਹ ਹਿੰਦੂ ਮੁਸਲਿਮ ਸਿੱਖ ਤੇ ਈਸਾਈ ਕਰਨ ਧਰਮਾਂ ਦੇ ਨਾਂ ਤੇ ਨਫ਼ਰਤਾਂ ਤੇ ਅਮਨ ਦੀ ਤਬਾਹੀ। ਕੀ ਬਾਤ। ਬਿਲਕੁਲ। ਹੁਣ
ਰੱਬ ਨੂੰ ਪੁੱਛਦੇ ਆ ਜੀ ਕਿ ਵੇਖ ਕੇ ਹੁੰਦਾ ਉਦਾਸ ਹੈ ਤੂੰ ਜਾਂ ਆਉਂਦਾ ਹੋਣਾ ਤੈਨੂੰ ਹਾਸਾ। ਕਿਉਂਕਿ ਦੋ ਚੀਜ਼ਾਂ 'ਚ ਇੱਕ ਚੀਜ਼ ਤਾਂ ਹੁੰਦੀ ਹੋਊਗੀ, ਜਾਂ ਉਹ ਹੱਸਦਾ ਹੋਣਾ ਵੀ ਇਹ ਮੂਰਖ ਕਿਹੜੇ ਪਾਸੇ ਲੱਗੇ ਨੇ, ਮੈਂ ਇਹਨਾਂ ਨੂੰ ਕੀ ਬਣਾਇਆ। ਹੁੰਦਾ ਹੋਣਾ ਉਦਾਸ ਹੈ ਤੂੰ ਜਾਂ ਆਉਂਦਾ ਹੋਣਾ ਤੈਨੂੰ ਹਾਸਾ, ਦੁਨਿਆਵੀ ਫੁੱਲੀਆਂ ਲਈ ਇਹ ਬਾਂਦਰਾਂ ਦਾ ਤਮਾਸ਼ਾ। ਕਿਉਂਕਿ ਫੁੱਲੀਆਂ ਤੇ ਦੁਨਿਆਵੀ ਨੇ ਨਾ, ਮੈਂ ਵੱਡਾ ਮੈਂ ਵੱਡਾ। ਇਹ ਦੁਨਿਆਵੀ ਫੁੱਲੀਆਂ ਲਈ ਇਹ ਬਾਂਦਰਾਂ ਦਾ ਤਮਾਸ਼ਾ, ਤੇਰੇ ਸ਼ੌਕ ਵੇਖ ਵੇਖ ਕੇ ਹੁੰਦੀ ਮੈਨੂੰ ਵੀ ਕਦੀ ਨਿਰਾਸ਼ਾ। ਕਿਹੋ ਜਿਹੇ ਤੇਰੇ ਸ਼ੌਕ ਆ, ਲੜਾਈ ਜਾਂਦਾ, ਤੇਰੇ ਸ਼ੌਕ ਵੇਖ ਵੇਖ ਕੇ ਹੁੰਦੀ ਆ ਕਦੀ ਮੈਨੂੰ ਨਿਰਾਸ਼ਾ, ਪਾਲੇ ਸ਼ੌਕ ਨਾਲ ਕੁੱਕੜ ਫਿਰ ਵੇਖਦਾ ਇਹ ਲੜਾਈ। ਪਾਲੇ ਸ਼ੌਕ ਨਾਲ ਕੁੱਕੜ ਫਿਰ ਵੇਖਦਾ ਇਹ ਲੜਾਈ। ਕਿਉਂਕਿ ਜਿਨ੍ਹਾਂ ਨੇ ਕੁੱਕੜ ਪਾਲ ਕੇ ਕੁੱਕੜਾਂ ਦੀ ਲੜਾਈ ਵੇਖੀ ਜੇ ਨਾ, ਉਹ ਇਹੋ ਜਿਹੀ ਹੁੰਦੀ ਹੈ। ਉਹਨਾਂ ਨੂੰ ਵੱਡੇ ਕਰਦੇ ਆ ਲੜਨ ਖਾਤਰ। ਤੇ ਲੜਾਉਂਦਾ ਕੌਣ ਆ? ਲੜਾਉਂਦੇ ਕੌਣ ਆ? ਜਿਨ੍ਹਾਂ ਨੇ ਪਾਲੇ ਹੁੰਦੇ, ਜਿਹਨੇ ਪਾਲੇ। ਤੇ ਸੇਮ ਮੈਨੂੰ ਕਈ ਵਾਰ ਰੱਬ ਇਸ ਤਰ੍ਹਾਂ ਹੀ ਲੱਗਦਾ ਵੀ ਕੁੱਕੜੀ ਪਾਲਦਾ ਸਾਡੇ ਵਰਗੇ, ਮੁੜ ਕੇ ਲੜਾ ਰਹਿੰਦਾ। ਬੜੇ ਤਕੜੇ ਸਟਾਰ, ਬੜੇ ਵੱਡੇ ਲਾਂਭੇ ਦੇ ਰਹਿੰਦੇ ਸੀ। ਹਾਂਜੀ, ਤੇਰੇ ਸ਼ੌਕ ਨੂੰ ਵੇਖ ਕੇ ਹੁੰਦੀ ਕਦੀ ਕਦੀ ਮੈਨੂੰ ਨਿਰਾਸ਼ਾ, ਪਾਲੇ ਸ਼ੌਕ ਨਾਲ ਕੁੱਕੜ ਫਿਰ ਵੇਖਦਾ ਇਹ ਲੜਾਈ, ਇਹ ਧਰਮਾਂ ਤੇ ਨਾ ਤੇ ਨਫ਼ਰਤਾਂ ਤੇ ਅਮਨ ਦੀ ਤਬਾਹੀ। ਕੀ ਬਾਤ, ਬਹੁਤ ਖੂਬ। ਕਿੰਨਾ ਕੁਝ ਰੱਖਿਆ ਬੰਨ ਕੇ ਹੁਣ ਜੇ ਉਹ ਚਾਹਵੇ ਤੇ, ਕਿੰਨਾ ਕੁਝ ਰੱਖਿਆ ਬੰਨ ਕੇ ਚੰਨ ਤਾਰੇ ਸੂਰਜ ਅੰਬਰ, ਤੇਰੇ ਹੁਕਮ ਦੇ ਵਿੱਚ ਚੱਲਦੇ ਹਵਾ ਧਰਤੀ ਤੇ ਸਮੁੰਦਰ, ਤੇਰੀ ਸਾਰੀ ਬਨਸਪਤੀ ਜੀਵ ਜੰਤੂ ਤੇ ਜਾਨਵਰ, ਕਿੱਥੇ ਗਏ ਉਹ ਆਦਮੀ ਜਿਹਨੂੰ ਬੁੱਧੀ ਤੂੰ ਦਵਾਈ। ਕੀ ਬਾਤ। ਬੰਦੇ ਨੂੰ ਤੇ ਸਾਰਾ ਤੋਂ ਉੱਤਮ ਬਣਾਇਆ ਸੀ ਨਾ, ਜਾਂ ਜਿੰਨੀਆਂ ਚੀਜ਼ਾਂ ਮੈਂ ਤੁਹਾਨੂੰ ਦੱਸੀਆਂ ਨਾ, ਸਾਰਾ ਤੋਂ ਬੰਦੇ ਨੂੰ ਉਹਨਾਂ ਉੱਤਮ ਬਣਾਇਆ ਵੀ ਤੇਰੇ ਹੁਕਮ ਵਿੱਚ ਚੱਲਦੇ ਹਵਾ ਧਰਤੀ ਤੇ ਸਮੁੰਦਰ, ਸਾਰੀ ਬਨਸਪਤੀ ਜੀਵ ਜੰਤੂ ਤੇ ਸਾਰੇ ਜਾਨਵਰ, ਕਿੱਥੇ ਗਿਆ ਹੋਇਆ ਆਦਮੀ ਜਿਹਦੀ ਬੁੱਧੀ ਤੂੰ ਵਧਾਈ। ਧਰਮਾਂ ਦੇ ਨਾਂ ਤੇ ਨਫ਼ਰਤਾਂ ਤੇ ਅਮਨ ਦੀ ਤਬਾਹੀ। ਹੁਣ ਵੇਖੋ ਜੀ, ਇੱਕੋ ਹੀ ਜਾਨ ਪਾਉਣਾ, ਇਹ ਤਾਂ ਨਹੀਂ ਨਾ ਵੀ ਮੇਰੇ 'ਚ ਵੱਖਰੀ ਜਾਨ ਪਾਈ, ਤੁਹਾਡੇ 'ਚ ਵੱਖਰੀ ਪਾਈ ਆ, ਜਾਂ ਕੋਈ ਮੁਸਲਿਮ ਵੀਰ ਆ ਉਹ 'ਚ ਵੱਖਰੀ ਪਾਈ ਆ, ਕੋਈ ਹਿੰਦੂ ਵੀਰ ਆ ਉਹ 'ਚ ਵੱਖਰੀ ਪਾਈ ਆ, ਕੋਈ ਬੋਧੀ ਉਹ 'ਚ ਵੱਖਰੀ ਪਾਈ ਆ। ਸਾਰੇ ਅੰਗ ਵੀ ਉਦਾਂ ਦੇ ਆ, ਇੱਕੋ ਹੀ ਜਾਨ ਪਾਉਣਾ, ਜਾਨ ਵੀ ਉਹੀ ਹੈ, ਸ਼ਕਲ ਸੂਰਤ ਵੀ ਇੱਕੋ ਜੀ। ਇੱਕੋ ਹੀ ਜਾਨ ਪਾਉਣਾ ਹੈ ਮਾੜੇ ਤੇ ਚੰਗਿਆਂ ਵਿੱਚ, ਇੱਕੋ ਹੀ ਜਾਨ ਪਾਉਣਾ ਹੈ ਮਾੜੇ ਤੇ ਚੰਗਿਆਂ ਵਿੱਚ, ਕੁਝ ਫਰਕ ਤੇ ਹੋਣਾ ਚਾਹੀਦਾ ਝਗੜੇ ਤੇ ਦੰਗਿਆਂ ਵਿੱਚ। ਝਗੜੇ ਤੇ ਦੰਗਿਆਂ 'ਚ ਬਿਲਕੁਲ। ਇੱਕੋ ਹੀ ਜਾਨ ਪਾਉਣਾ ਹੈ ਮਾੜੇ ਤੇ ਚੰਗਿਆਂ ਵਿੱਚ, ਕੁਝ ਫਰਕ ਤੇ ਹੋਣਾ ਚਾਹੀਦਾ ਝਗੜੇ ਤੇ ਦੰਗਿਆਂ ਵਿੱਚ, ਆਪੇ ਓਲੇ ਬੈਠਾ ਆਪ ਓਲੇ ਬੈਠਾ ਲੁਕ ਕੇ ਸਾਨੂੰ ਪਾ ਕੇ ਪੰਗਿਆਂ ਵਿੱਚ। ਕਿਉਂਕਿ ਸਾਡੇ ਵਰਗੇ ਜਿਹੜੇ ਲਿਖਣ ਵਾਲੇ ਆ, ਜਾਂ ਜਿਹੜੇ ਹੋਰ ਵੀ ਚਾਰ ਬੁੱਧੀਜੀਵੀ ਵਿਚਾਰੇ ਸੋਚਦੇ ਯਾਰ ਇਹ ਹੋ ਕੀ ਰਿਹਾ। ਬਿਲਕੁਲ ਬਿਲਕੁਲ। ਹਰ ਸਿਆਣਾ ਬੰਦਾ ਫਿਕਰਮੰਦੀ ਤਾਂ ਹੈ, ਹਰ ਸਿਆਣਾ ਬੰਦਾ ਸੋਚਦਾ ਹੋ ਕੀ ਰਿਹਾ। ਆਪ ਓਲੇ ਬੈਠਾ ਲੁਕ ਕੇ ਸਾਨੂੰ ਪਾ ਕੇ ਪੰਗਿਆਂ ਵਿੱਚ, ਕਿਤੇ ਆਵੇਂ ਬਲ ਦੇ ਸਾਹਮਣੇ ਫਿਰ ਹੋਵੇ ਗੱਲ ਮੁਕਾਈ। ਰੱਬਾ ਹੈ ਤੇਰੇ ਹਿੰਦੂ ਮੁਸਲਿਮ ਸਿੱਖ ਤੇ ਈਸਾਈ, ਇਹ ਧਰਮਾਂ ਦੇ ਨਾਂ ਤੇ ਨਫ਼ਰਤਾਂ ਤੇ ਅਮਨ ਦੀ। ਕੀ ਬਾਤ। ਤੁਸੀਂ ਬੜੀ ਢੁਕਵੀਂ ਕਵਿਤਾ ਲਿਖੀ ਹੈ ਪੰਜਾਬ ਦੇ ਹਾਲਾਤ ਬਾਰੇ, ਜਾਂ ਪਟਿਆਲੇ ਦੀ ਵਾਪਰੀ ਘਟਨਾ ਬਾਰੇ। ਮੈਂ ਥੋੜ੍ਹੀ ਜਿਹੀ ਗੱਲ ਇਹਨੂੰ ਹੋਰ ਅੱਗੇ ਲੈ ਕੇ ਜਾਣਾ ਚਾਹੁੰਦਾ। ਤੁਹਾਨੂੰ ਯਾਦ ਹੋਊਗਾ ਜੀ 1978 ਦੇ ਵਿੱਚ ਜਦੋਂ ਤੁਹਾਡੇ ਅੰਮ੍ਰਿਤਸਰ ਵਿੱਚ ਘਟਨਾ ਵਾਪਰੀ, ਤੇ ਉਹਦੇ 'ਚ ਕੌਣ ਸੀ ਸ਼ਾਮਲ, ਇਹ ਮੈਂ ਜੇ ਜੇਕਰ ਨਾ ਵੀ ਕਰਾਂ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਕੌਣ ਮਾਰੇ ਗਏ। ਆਪੋ ਆਪਣੇ ਪੱਖ ਦੇ ਬੰਦੇ ਜਿਨ੍ਹਾਂ ਦੇ ਮਾਰੇ ਗਏ, ਉਹਨਾਂ ਨੂੰ ਸ਼ਹੀਦ ਕਹਿੰਦੇ, ਚਲੋ ਕਹਿਣਾ ਚਾਹੀਦਾ, ਉਹ ਕਹਿੰਦੇ ਹੁੰਦੇ ਆ। ਦੂਜੇ ਉਹਨਾਂ ਨੂੰ ਮਾਰੇ ਗਏ ਕਹਿੰਦੇ ਹੁੰਦੇ ਆ, ਦੁਸ਼ਮਣ ਵੀ ਕਹਿੰਦੇ ਹੁੰਦੇ ਆ। ਕੋਈ ਜੇ ਦੋ ਦੇਸ਼ਾਂ ਦੀ ਲੜਾਈ ਹੁੰਦੀ ਹੈ ਤੇ ਜਿਸ ਦੇਸ਼ ਦੇ ਜਵਾਨ ਮਰਦੇ ਆ ਉਹਨਾਂ ਵਾਸਤੇ ਉਹ ਸ਼ਹੀਦ ਹੀ ਹੁੰਦੇ ਆ, ਦੂਜੇ ਵਾਸਤੇ ਹੁੰਦੇ ਕਿ ਅਸੀਂ ਦੁਸ਼ਮਣ ਦੇਸ਼ ਦੇ ਇੰਨੇ ਬੰਦੇ ਮਾਰ ਦਿੱਤੇ। ਉਹ ਦੁਸ਼ਮਣੀ ਤਾਂ ਹੈ ਨਹੀਂ ਸੀ, ਪਰ ਦੁਸ਼ਮਣੀ ਪੈਦਾ ਕੀਤੀ ਗਈ। ਉਹ ਦੁਸ਼ਮਣੀ ਨੇ ਕੀ ਗੁੱਲ ਖਿਲਾਏ, ਅਸੀਂ ਤੁਸੀਂ ਸਾਰਿਆਂ ਦੀ ਜਵਾਨੀ ਉਸ ਕੰਮ 'ਚ ਹੀ ਲੰਘ ਗਈ। ਬਿਲਕੁਲ ਜੀ, ਸੇਮ ਹੀ ਚੀਜ਼ ਮੈਂ ਲਿਖਿਆ ਕਿ ਇਹ ਨਫ਼ਰਤਾਂ ਦੇ ਝਗੜੇ ਤੇ ਅਮਨ ਦੀ ਤਬਾਹੀ। ਹਾਂਜੀ, ਉਹ ਜਵਾਨੀ ਜਿਹਨੂੰ ਤੁਸੀਂ ਕਿਸੇ ਹੋਰ ਸਾਰਥਕ ਕੰਮ ਤੇ ਲਾ ਸਕਦੇ ਸੀਗੇ, ਉਹ ਜਵਾਨੀ ਦਾ ਘਾਣ ਹੋ ਗਿਆ। ਇਹ ਜਵਾਨੀ ਜਿਹੜੀ ਹੁਣ ਪਿਛਲੇ ਕੁਝ ਸਾਲਾਂ ਤੋਂ ਭਾਵੇਂ ਵੱਖਰੇ ਵੱਖਰੇ ਹੋਰ ਕਾਰਨਾਂ ਕਰਕੇ ਦੁਬਦਾ ਵਿੱਚ ਹੈਗੀ ਆ, ਪਰੇਸ਼ਾਨੀ ਵਿੱਚ ਹੈਗੀ ਆ, ਕੰਮ ਨਹੀਂ ਮਿਲਦਾ, ਨਸ਼ਿਆਂ ਦਾ ਬਤਾਤ ਆ, ਜਾਂ ਇਹੋ ਜਿਹੀਆਂ ਸਮੱਸਿਆਵਾਂ ਨਾਲ ਸਾਡੇ ਨੌਜਵਾਨ ਜੂਝ ਰਹੇ ਆ, ਤੇ ਫਿਰ ਬਾਹਰਲੇ ਦੇਸ਼ਾਂ ਨੂੰ ਭੱਜਦੇ ਆ। ਚਲੋ ਜਿਹਨਾਂ ਦਾ ਦਾਅ ਵਾਜਦਾ ਆ ਜਾਓ, ਕੋਈ ਗੱਲ ਨਹੀਂ, ਸਾਡਾ ਇਕੱਲਿਆਂ ਦਾ ਦੇਸ਼ ਨਹੀਂ ਹੈ, ਸਾਰੀ ਦੁਨੀਆ ਦਾ, ਜਿਹੜਾ ਵੀ ਆਉਣਾ ਚਾਹੁੰਦਾ ਆਵੇ। ਪਰ ਉੱਥੇ ਹਾਲਾਤ ਜੇ ਚੰਗੇ ਹੋਣ ਤਾਂ ਸ਼ਾਇਦ ਕੋਈ ਹਿੱਲੇ ਨਾ, ਸ਼ਾਇਦ ਕੋਈ ਆਵੇ ਨਾ। ਜਿੱਦਾਂ ਦਾ ਪੰਜਾਬ ਆ, ਜਿਹਨੂੰ 5 ਆਬਾਂ ਦੀ ਧਰਤੀ, 5 ਦਰਿਆਵਾਂ ਦੀ ਧਰਤੀ, ਜਿਹਨੂੰ ਅਸੀਂ ਪੀਰਾਂ ਫਕੀਰਾਂ ਦੀ ਧਰਤੀ, ਗੁਰੂ ਨਾਨਕ ਦੀ, ਬਾਬਾ ਫਰੀਦ ਦੀ ਧਰਤੀ ਕਹਿੰਦੇ ਆ, ਉਹ ਧਰਤੀ ਜਿੱਥੇ ਖਾਲਸਾ ਪੰਥ ਦੀ ਸਾਜਨਾ ਹੋਈ, ਉਹਨੂੰ ਛੱਡ ਕੇ ਭੱਜਣ ਨਾਲ ਨਾ ਤਕਲੀਫ ਤਾਂ ਹੁੰਦੀ ਹੈ, ਤਕਲੀਫ ਤਾਂ ਹੁੰਦੀ ਹੈ। ਜਦੋਂ ਉੱਥੋਂ ਭੱਜਣ ਦੇ ਲਈ ਇਹ ਕਾਰਨ ਬੰਦੇ ਹੋਣ
ਕਿ ਦੋ ਫਿਰਕੇ ਜਿਹੜੇ ਆ ਉਹ ਆਮੋ ਸਾਹਮਣੇ ਤਲਵਾਰਾਂ ਕੱਢ ਕੇ ਖੜੇ ਆ ਜਾਂ ਇੱਕ ਦੂਜੇ ਨੂੰ ਖੂਨ ਦੇ ਪਿਆਸੇ ਆ, ਉਹ ਤਾਂ ਫਿਰ ਉੱਥੋਂ ਭੱਜਣਾ ਜਿਹੜਾ ਵਾ ਉਹ ਵਾਜਬ ਉਹਨਾਂ ਵਾਸਤੇ ਹੋ ਸਕਦਾ। ਹਾਂ ਬਿਲਕੁਲ ਬਿਲਕੁਲ ਜੀ, ਕਿਉਂਕਿ ਰੱਬ ਦੀ ਬਣਾਈ ਕਾਇਨਾਤ ਦੇ ਵਿੱਚ ਜਿਵੇਂ ਅਸੀਂ ਤਾਂ ਇਹ ਵੀ ਕਹਾਂਗੇ ਵੀ ਜਾਨਵਰਾਂ ਨੂੰ ਵੀ ਉਹਨਾਂ ਹੱਕ ਆ, ਤੇ ਫਿਰ ਇਨਸਾਨਾਂ ਨੂੰ ਤੇ ਉਹਨਾਂ ਹੀ ਹੱਕ ਆ, ਕਿਉਂਕਿ ਉਹ ਵੀ ਬੋਲਦਾ ਆ, ਤੇ ਜੇ ਬੰਦੇ ਨੇ ਬੰਦੇ ਨੂੰ ਹੀ ਮਾਰਨਾ ਆ ਤੇ ਫਿਰ ਤੇ ਹੱਲ ਹੀ ਕੋਈ ਨਹੀਂ ਜੀ। ਕਿਉਂਕਿ ਬੰਦਾ ਜਾਨਵਰ ਕੋਈ ਖਾ ਜੇ ਬੰਦੇ ਨੂੰ, ਜਾਂ ਬੰਦੇ ਦਾ ਕਿਸੇ ਜਾਨਵਰ ਹਮਲਾ ਹੋ ਜਾਏ ਜਾਂ ਉਹਦੇ ਤੇ ਹੋ ਜਾਏ, ਉਹ ਗੱਲ ਅਲੱਗ ਆ। ਹੁਣ ਤੁਸੀਂ ਦੇਖੋ ਬੱਲ ਸਾਹਿਬ, ਜਦੋਂ ਵੱਡੇ ਬਾਦਲ ਸਾਹਿਬ ਦੀ ਸਰਕਾਰ ਸੀ ਤੇ ਛੋਟੇ ਸਾਹਿਬ ਜਿਹੜੇ ਸੀਗੇ ਉਹ ਡਿਪਟੀ ਕਮਾਂਡੈਂਟ ਸੀਗੇ, ਉਦੋਂ ਘਟਨਾ ਇੱਕ ਵਾਪਰੀ, ਗੁਰੂ ਗ੍ਰੰਥ ਸਾਹਿਬ ਦੀ ਬੀੜ ਜਿਹੜੀ ਆ ਉਹ ਚੋਰੀ ਕਰ ਲਈ ਗਈ, ਚੋਰੀ ਕਰਕੇ ਉਹਦੇ ਪੱਤਰੇ ਪਾੜ ਕੇ ਸੁੱਟੇ ਗਏ। ਅੰਗ ਕਹਿੰਦੇ ਅਸੀਂ ਉਹਨਾਂ ਨੂੰ, ਸਤਿਕਾਰ ਨਾਲ ਅਸੀਂ ਉਹਨੂੰ ਕਹਿੰਦੇ ਅੰਗ, ਮੱਥਾ ਟੇਕਦੇ ਇਕੱਲੇ ਇਕੱਲੇ ਪੇਜ ਨੂੰ। ਤੇ ਅਸੀਂ ਉਹ ਗੱਲਾਂ ਜਿਹੜੀਆਂ ਹੋਈਆਂ ਉਹ ਵੀ ਇੱਕ ਬਹੁਤ ਭਿਆਨਕ ਹਾਲਾਤ ਸਿਰਜਣ ਦੀ ਕੋਸ਼ਿਸ਼ ਕੀਤੀ ਗਈ ਕਿ ਮਾਰੋ ਮਾਰੀ ਹੋ ਜਾਏ। ਲੋਕਾਂ ਨੇ ਨਹੀਂ ਉਸ ਤਰੀਕੇ ਨਾਲ ਕੀਤੀ ਤੇ ਵੱਖਰੀ ਗੱਲ ਆ। ਪ੍ਰੋਟੈਸਟ ਹੋਇਆ, ਲੋਕਾਂ ਦੇ ਗੋਲੀ ਚਲਾਤੀ ਗਈ, ਬੰਦੇ ਮਰ ਗਏ। ਪ੍ਰੋਟੈਸਟ ਹੋਇਆ, ਉਹਨਾਂ ਨੂੰ ਕੈਪਟਨ ਸਰਕਾਰ ਵੱਲੋਂ ਮੂਰਖ ਬਣਾ ਕੇ ਉਹ ਧਰਨਾ ਚੁਕਾ ਦਿੱਤਾ ਗਿਆ। ਠੀਕ ਹੈ ਜੀ। ਹੁਣ ਜੇ ਇਹ ਘਟਨਾ ਵਾਪਰੀ ਹੈ ਪਟਿਆਲੇ ਵਾਲੀ, ਤਾਂ ਹੋ ਸਕਦਾ ਇਹਦਾ ਕੋਈ ਪੋਲੀਟੀਕਲ ਐਂਗਲ ਵੀ ਹੋ ਸਕਦਾ। ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਚੰਨੀ ਸਾਹਿਬ ਆਏ, ਚੰਨੀ ਸਾਹਿਬ ਤੋਂ ਬਾਅਦ ਭਗਵੰਤ ਮਾਨ ਜੀ ਆਏ, ਤੇ ਇਹ ਸ਼ਾਇਦ ਉਹਨਾਂ ਦੇ ਮਨ 'ਚ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੋ ਕਿ ਤੁਸੀਂ ਤਾਂ ਕਾਬਲ ਹੀ ਨਹੀਂ ਰਾਜ ਕਰਨ ਦੇ। ਆਹ ਦੇਖੋ ਤੁਹਾਡੇ ਸਾਹਮਣੇ ਕੀ ਹੋ ਗਿਆ। ਵੇਖੋ ਜੀ, ਕਈ ਵਾਰ ਇਸ ਤਰ੍ਹਾਂ ਹੁੰਦਾ ਕਿ ਭਲਵਾਨ ਲੋਕੀ ਆਪਣਾ ਢਵਾ ਲੈਂਦੇ ਹੁੰਦੇ ਆ ਦੂਜੇ ਭਲਵਾਨ ਦੀ ਬਦਨਾਮੀ ਕਰਨ ਲਈ, ਤੇ ਕਈ ਵਾਰ ਹੁੰਦਾ ਕਿ ਲੋਕੀ ਖਾੜੇ ਦੇ ਵਿੱਚ ਹੀ ਰੌਲਾ ਪਵਾ ਦਿੰਦੇ ਆ ਕਿ ਰੌਲਾ ਪਾ ਦਿਓ ਕਿ ਇਹ ਜਿੱਤ ਹੀ ਨਾ ਸਕਣ, ਇਹ ਜਿੱਤਣ ਦੇ ਆਸਾਰ ਤੇ ਆਉਂਦੇ, ਜਿੱਤ ਹੀ ਨਾ ਸਕਣ। ਇਹ ਇਹੋ ਜਿਹੀਆਂ ਗੱਲਾਂ ਨੇ, ਇਹੋ ਜਿਹੀਆਂ ਘਟਨਾਵਾਂ ਨੇ। ਲੇਕਿਨ ਸਾਰਿਆਂ ਅੱਗੇ ਬੇਨਤੀ ਕਿਉਂਕਿ ਜਿਵੇਂ ਅੱਗੇ ਭਾਜੀ ਵੀ ਕਹਿੰਦੇ ਤਾਂ ਸਾਡੀ ਬੇਨਤੀ ਇਸ ਕਰਕੇ ਕਹਿੰਦੇ ਆ ਕਿਉਂਕਿ ਅਸੀਂ ਦੂਰ ਬੈਠੇ ਆ, ਤੇ ਸਾਡਾ ਜੇ ਤਿਲ ਫੁੱਲ ਤੁਸੀਂ ਉਹ ਵੀ ਸਵੀਕਾਰ ਲਓ ਤੇ ਉਹ ਵੀ ਬੜਾ ਆ। ਬਿਲਕੁਲ ਜੀ, ਸਾਨੂੰ ਦਰਦ ਹੈ ਉਸ ਥਾਂ ਦੇ ਨਾਲ, ਉਸ ਜ਼ਮੀਨ ਨਾਲ ਜਿੱਥੇ ਅਸੀਂ ਜੰਮੇ ਪਲੇ ਵੱਡੇ ਹੋਏ, ਤੇ ਅੱਜ ਵੀ ਸਾਡਾ ਦਿਲ ਧੜਕਦਾ ਉੱਥੇ ਵਾਸਤੇ। ਜੇ ਉੱਥੇ ਛੋਟੀ ਜਿਹੀ ਵੀ ਗੱਲ ਹੁੰਦੀ ਹੈ ਤੇ ਸਾਨੂੰ ਇੱਥੇ ਵੱਡੀ ਲੱਗਦੀ ਹੈ, ਬਹੁਤ ਵੱਡੀ ਲੱਗਦੀ ਹੈ। ਤੁਹਾਨੂੰ ਵੀ ਲੱਗਦੀ ਹੋਊਗੀ ਤਕਲੀਫ ਤਾਂ ਸਾਡੀ, ਤੁਸੀਂ ਸਮਝ ਸਕਦੇ ਆ। ਅਸੀਂ ਤਾਈਓ ਇਹ ਅਰਦਾਸਾਂ ਵੀ ਕਰਦੇ ਰਹਿੰਦੇ ਹਾਂ ਤੇ ਤੁਹਾਨੂੰ ਬੇਨਤੀਆਂ ਵੀ ਕਰਦੇ ਰਹਿੰਦੇ ਹਾਂ, ਸੱਥ ਵਿੱਚ ਬੈਠੇ ਭੈਣਾਂ ਭਰਾਵਾਂ ਨੂੰ ਵੀ ਕਹਿੰਦੇ ਹਾਂ। ਔਰ ਜਿਹੜੇ ਭੈਣ ਭਰਾ, ਜਿਹੜੇ ਸਾਡੇ ਸਾਥੀ ਅੱਜ ਕੁਝ ਘਰਾਂ ਦੇ ਜ਼ਰੂਰੀ ਕੰਮ ਕਰਨ ਦੇ ਲਈ ਉੱਥੇ ਇੰਡੀਆ ਜਾਂ ਪੰਜਾਬ ਗਏ ਹੋਏ ਆ, ਉਹ ਉੱਥੋਂ ਦੀ ਤੱਤੀਆਂ ਹਵਾਵਾਂ ਤੋਂ ਵੀ ਬਚ ਕੇ ਰਹਿਣ, ਇਹ ਬਹੁਤ ਜ਼ਰੂਰੀ ਹੈ। ਬਿਲਕੁਲ ਜੀ, ਕਿਉਂਕਿ ਅਸੀਂ ਨਾਰਮਲੀ ਇੱਕ ਗੱਲ ਕਰਦੇ ਹੁੰਦੇ ਹਾਂ, ਮਾਹੌਲ ਕਾਫੀ ਸੀਰੀਅਸ ਹੋ ਗਿਆ। ਮੈਂ ਅਜੇ ਵੈਸੇ ਉਸ ਟੌਪਿਕ ਤੇ ਇੱਕ ਹੋਰ ਸੁਣਾਉਣੀ ਸੀ, ਮੈਂ ਕਿਹਾ ਲੇਕਿਨ ਮਾਹੌਲ ਜ਼ਿਆਦਾ ਸੀਰੀਅਸ ਹੋ ਗਿਆ, ਥੋੜੀ ਜੀ ਲਾਈਟ ਕਰ ਲਈਏ ਮਾਹੌਲ ਨੂੰ। ਹਾਂਜੀ ਬਿਲਕੁਲ, ਕਿਉਂਕਿ ਜਿਉਂਦੇ ਰਹੋ ਆਬਾਦ ਰਹੋ। ਅਸੀਂ ਅਕਸਰ ਹੀ ਇਹ ਗੱਲ ਕਹਿੰਦੇ ਨੇ ਕਿ ਜੇ ਤੁਸੀਂ ਜਿਉਂਦੇ ਆਬਾਦ ਜੇ ਤੇ ਅਸੀਂ ਵੀ ਜਿਉਂਦੇ ਆਬਾਦ ਆ। ਸਾਡੇ ਨਾਰਮਲੀ ਪੰਜਾਬ ਤੋਂ ਜਦੋਂ ਵੀ ਕਦੀ ਫੋਨ ਕਰੀਏ ਉਹ ਕਹਿੰਦੇ ਜੀ ਠੰਡੀਆਂ ਹਵਾਵਾਂ। ਹੁਣ ਸਾਡੇ ਤਾਂ ਇੱਥੇ ਵੈਸੇ ਹੀ ਬਹੁਤ ਠੰਡ ਹੁੰਦੀ ਹੈ, ਕਹਿੰਦੇ ਨੇ ਵੀ ਥੋੜੀ ਜਿਹੀ ਗਰਮ ਦਾ ਦਵਾ ਦੇ ਦਿਆ ਕਰੋ। ਤੇ ਪਰਮਾਤਮਾ ਕਰੇ ਜੀ ਸਦਾ ਸੁੱਖ ਰਵੇ, ਸਾਰਾ ਕੁਝ ਰਵੇ, ਕਿਉਂਕਿ ਮੀਂਹ ਬਰਸਾਤ ਇਸ ਮਹੀਨੇ 'ਚ ਇੱਧਰ ਜਿੰਨਾ ਪੈਣਾ ਪੈ ਵੀ ਰਿਹਾ, ਤੇ ਉੱਥੇ ਥੋੜਾ ਸੁੱਖ ਪੁਕਾ ਰਹੇ ਤਾਂ ਕਿ ਕਣਕਾਂ ਸਾਂਭੀਆਂ ਜਾਣ। ਉਦੋਂ ਬਾਅਦ ਦੀਆਂ ਗੱਲਾਂ ਕਰਾਂਗੇ, ਲੇਕਿਨ ਥੋੜਾ ਜਿਹਾ ਮਾਹੌਲ ਨੂੰ ਆਪਾਂ ਲਾਈਟ ਕਰ ਲਈਏ ਜੀ ਕਿ ਇਹ ਸੀ ਧਰਮ ਦੀ, ਸਮਾਜ ਦੀ, ਦੂਜੀਆਂ ਵੱਡੀਆਂ ਗੱਲਾਂ। ਆਪਾਂ ਛੋਟੀ ਜਿਹੀ ਗੱਲ ਕਰਦੇ ਕਿ ਸਾਡੇ ਪਰਿਵਾਰਾਂ ਦੇ ਵਿੱਚ ਜੇਕਰ ਅਸੀਂ ਸੁੱਖ ਸ਼ਾਂਤੀ ਨਾਲ ਰਹਿਣਾ, ਬਿਲਕੁਲ ਵੀ ਜੇ ਉਹ ਤੁਹਾਨੂੰ ਜੀ ਕਹਿੰਦੀ ਆ ਨਾ, ਤਾਂ ਤੁਸੀਂ ਵੀ ਕਦੀ ਵਿੱਚ ਕਹਿ ਦਿਆ ਕਰੋ ਹਾਂਜੀ। ਇਹ ਨਹੀਂ ਵੀ ਹਾਂ ਕੀ ਕਰਦੀ ਆ, ਹਾਂਜੀ ਠੀਕ ਹੈ। ਕਿਉਂਕਿ ਉਹ ਕਈ ਵਾਰ ਹੁੰਦਾ ਨਾ ਵੀ ਕਹਿੰਦੇ ਵੀ ਕਿਸੇ ਮੱਝ ਨੇ ਦੁੱਧ ਦੇਣਾ ਹੋਵੇ ਨਾ, ਤੇ ਜੇ ਉਹਨੂੰ ਵੈਸੇ ਐ ਜ਼ੋਰ ਦੀ ਥਾਪੀ ਮਾਰ ਕੇ ਉਹ ਥੱਲੇ ਬਹਿ ਜਾਓ ਤਾਂ ਵੈਸੇ ਉੱਠ ਕੇ ਜਾਂਦੀ ਵੀ ਇਹ ਕੀ ਹੋ ਗਿਆ। ਬਿਲਕੁਲ, ਉਹਨੂੰ ਪਲੋਸਣਾ ਪੈਂਦਾ। ਬੰਦਾ ਤੇ ਔਰਤ ਦੋਵੇਂ ਹੀ ਇਹਨਾਂ ਦੇ ਡੰਗਰਾਂ ਤੋਂ ਹੀ ਸੁਧਾਰ ਹੋਇਆ, ਕਿਉਂਕਿ ਪਰਮਾਤਮਾ ਨੇ ਤੁਹਾਨੂੰ ਦਿਮਾਗ ਇਸੇ ਕਰਕੇ ਦਿੱਤਾ ਸੀ। क्योंकि जे जानवर कोई इंसान को मारे वैशी उसे क्यों कहते हैं लोग सारे, कोई ਇਹੋ ਜਿਹਾ ਕਰਕੇ ਗਾਣਾ ਸੀ। ਲੇਕਿਨ ਅਸੀਂ ਆਪ ਇਨਸਾਨ ਜੇ ਵੈਸ਼ੀ ਹੋ ਜਾਈਏ ਤੇ ਫਿਰ ਕੰਮ ਖਰਾਬ ਆ। ਜੋੜੀ ਦੀ ਇੱਕ ਨਿੱਕੀ ਜੀ ਤੁਹਾਡਾ ਗੱਲਬਾਤ ਇਸ ਕਰਕੇ ਸਾਂਝੀ ਕਰ ਲਗੇ ਕਿ ਉਹ ਕਾਫੀ ਮੂਡ ਸੀਰੀਅਸ ਹੋ ਗਿਆ ਸਾਰਾ। ਆਪਾਂ ਜਾਂਦੇ ਤਾਂ ਠੀਕ। ਹੁਣ ਜੋੜੀ ਦੇ ਵਿੱਚ ਜੇ ਤੁਸੀਂ ਰਹਿਣਾ ਇਤਫਾਕ ਨਾਲ ਰਹੋ, ਕਿਉਂਕਿ ਅਗਲੀ ਕਹਿੰਦੀ ਹੈ ਵੀ ਮਾਂਜਲਾ ਭਾਂਡੇ ਤੇ ਫਿਰ ਬਾਕੀ ਕੰਮ ਕਿਹੜਾ ਸਾਂਭੇ, ਸਾਰਾ ਕੁਝ ਆਪ ਹੀ ਨਾਲ ਕਰ ਲਿਆ ਕਰੋ। ਤੇ ਦੋ ਤਿੰਨ ਚੀਜ਼ਾਂ ਜੀ ਨੁਕਤੇ ਜਿਹੜੇ ਉਧਰੋਂ ਉਧਰ ਹੀ ਆ ਜਾਂਦੇ, ਸਮਝੋ ਜਿਹੜਾ ਕਰਕੇ ਮੈਂ ਭੈਣਾਂ ਦੀ ਖਾਸ ਕਰਕੇ ਲਿਖਿਆ ਵੀ ਘੱਟ ਅਕਲ ਤੇ ਉੱਤੋਂ ਜਿੱਦੀ
ਤੇ ਤੀਸਰਾ ਜੀਵਨ ਸਾਥੀ ਤੇ ਨਾ ਵਿਸ਼ਵਾਸ ਹੋਵੇ। ਇੱਕ ਮੱਤ ਘੱਟ ਹੋਵੇ, ਤੋਂ ਜਿੱਦੀ ਹੋਵੇ, ਤੇ ਤੀਜਾ ਵਿਸ਼ਵਾਸ ਹੀ ਨਾ ਹੋਵੇ। ਤੀਜਾ ਜੀਵਨ ਸਾਥੀ ਤੇ ਨਾ ਵਿਸ਼ਵਾਸ ਹੋਵੇ। ਜੋੜੀ ਵਿੱਚੋਂ ਜੇ ਇੱਕ ਵੀ ਹੋਵੇ ਇਦਾਂ ਦਾ, ਫਿਰ ਦੱਸੋ ਕਿਉਂ ਨਾ ਗ੍ਰਸਤੀ ਦਾ ਸੱਤਿਆਨਾਸ਼ ਹੋਵੇ। ਕੀ ਬਾਤ, ਬਿਲਕੁਲ। ਦੋ ਜੋ ਇੱਕ ਵੀ ਹਜਾ ਜੇ ਹਾਂ ਤੇ ਗ੍ਰਸਤੀ ਸੱਤਿਆਨਾਸ਼ ਹੋਣੀ ਸੁਭਾਵਕ ਹੈ। ਹਾਂਜੀ ਹਾਂਜੀ। ਇੱਕ ਕਰੇ ਕੰਮ, ਦੂਜਾ ਨੁਕਸ ਕੱਢੇ। ਤੈਨੂੰ ਆ ਕੀ ਕਰਨ ਰਹੀ ਆ, ਉਹ ਤੂੰ ਵੋਟੀ ਕਹਿ, ਪਤਨੀ ਕਹਿ ਦੇ, ਲੈ ਤੁਹਾਨੂੰ ਅਕਲ ਹੀ ਕੋਈ ਨਹੀਂ, ਕਿਤਨਾ ਖਲੋਣਾ ਕਿਤਨਾ ਬਹਿਣਾ। ਇਹ ਇੱਕ ਕਰੇ ਕੰਮ, ਦੂਜਾ ਨੁਕਸ ਕੱਢੇ, ਭਾਵੇਂ ਕੰਮ ਬਿਲਕੁਲ ਕੀਤਾ ਠੀਕ ਹੋਵੇ। ਹੁਣ ਬੰਦੇ ਨੂੰ ਤਪ ਕੇ ਕੰਮ ਤੇ ਚੜ੍ਹਦਾ, ਜਿਹੜਾ ਉਹਨੇ ਠੀਕ ਕੀਤਾ ਹੋਵੇ ਕੋਈ ਦੂਜਾ ਨੁਕਸ ਕੱਢ ਦੇ। ਇੱਕ ਕਰੇ ਕੰਮ, ਦੂਜਾ ਨੁਕਸ ਕੱਢੇ, ਭਾਵੇਂ ਕੰਮ ਕੀਤਾ ਬਿਲਕੁਲ ਠੀਕ ਹੋਵੇ। ਮੈਂ ਜੋ ਕਰਾਂ ਉਹੀ ਸਹੀ ਹੁੰਦਾ, ਤੇ ਦੂਜੇ ਨੂੰ ਕੁਚੱਜਾ ਦੱਸਣ ਦੀ ਉਡੀਕ ਹੋਵੇ। ਕੁਚੱਜਾ ਹੁੰਦਾ ਵੀ ਉਹਨੂੰ ਅਕਲ ਨਹੀਂ, ਜਿਹਨੂੰ ਕਰਨਾ ਨਹੀਂ ਆਉਂਦਾ ਕੁਛ, ਦੂਜੇ ਨੂੰ ਕੁਚੱਜਾ ਦੱਸਣ ਦੀ ਉਡੀਕ ਹੋਵੇ, ਚੱਜ ਨਾ ਹੋਵੇ, ਵੀ ਤੈਨੂੰ ਅਕਲ ਹੀ ਨਹੀਂ, ਤੂੰ ਕੰਮ ਹੀ ਨਹੀਂ ਜਾਣਦਾ। ਘਾਟੇ ਵਾਧਿਆਂ ਨਾਲ ਵੀ ਚੱਲ ਜਾਂਦੀ, ਜੇਕਰ ਦੋਵਾਂ ਦੇ ਵਿੱਚ ਇਤਫਾਕ ਹੋਵੇ। ਇਤਫਾਕ ਹੁੰਦਾ ਪ੍ਰੇਮ ਪਿਆਲਾ। ਜੇਕਰ ਦੋਵਾਂ ਦੇ ਵਿੱਚ ਇਤਫਾਕ ਹੋਵੇ, ਜੋੜੀ ਵਿੱਚੋਂ ਜੇ ਇੱਕ ਵੀ ਹੋਵੇ ਭੈੜਾ, ਤੇ ਫਿਰ ਗ੍ਰਸਤੀ ਦਾ ਸੱਤਿਆਨਾਸ਼ ਹੋਵੇ। ਹੁਣ ਏਕੇ ਦਾ ਮਤਲਬ ਕੀ ਹੈ ਜੀ? ਏਕੇ ਦਾ ਜਦੋਂ ਮਤਲਬ ਨਹੀਂ ਸੀ ਪਤਾ, ਏਕੇ ਦਾ ਜਦੋਂ ਮਤਲਬ ਪਤਾ ਨਹੀਂ ਸੀ, ਜਦੋਂ ਕੁਆਰੇ ਹੁੰਦੇ ਤਾਂ ਏਕੇ ਦਾ ਮਤਲਬ ਥੋੜਾ ਪਤਾ, ਮਾਂ ਪਿਓ ਨਾਲ ਰਹਿਣਾ ਸਾਰਾ ਕੁਝ। ਏਕੇ ਦਾ ਜਦੋਂ ਮਤਲਬ ਪਤਾ ਨਹੀਂ ਸੀ, ਉਦੋਂ ਤਾਂ ਏਕਾ ਹੋ ਜਾਂਦਾ ਸੀ। ਕਿਉਂਕਿ ਮਾਂ ਪਿਓ ਨੇ ਗਾਲਾਂ ਕੱਢਦੀਆਂ, ਆਪਾਂ ਸੁਣ ਲਿਆ, ਭਰਾਵਾਂ ਨੇ ਕਹਿਤਾ ਕੋਈ ਸੁਣ ਲਿਆ, ਦੂਜੇ ਨੇ ਕਹਿਤਾ ਸੁਣ ਲਿਆ, ਉਦੋਂ ਤਾਂ ਏਕਾ ਹੋ ਜਾਂਦਾ ਸੀ। ਥੋੜੀ ਵਿੱਚ ਸਾਰੇ ਹੀ ਰੱਜ ਜਾਂਦੇ ਸੀ, ਤੇ ਉਦੋਂ ਹਰ ਕੋਈ ਖਾ ਕੇ ਸੌ ਜਾਂਦਾ ਸੀ। ਬਿਲਕੁਲ ਬਿਲਕੁਲ। ਉਦੋਂ ਸਰਦਾ ਸੀ ਨਾ ਵੀ ਚੱਲ ਦੋ ਮਿਲੇ, ਕੋਈ ਨਹੀਂ ਮਾਤਾ ਦੋ ਹੀ ਬੜੀਆਂ ਨੇ, ਮੈਂ ਲੱਗਾ ਸੌਣ। ਉਦੋਂ ਵੀ ਸੌਂ ਜਾਂਦਾ, ਤੇ ਹੁਣ ਕਿਤੇ ਇੱਕ ਘੱਟ ਮਿਲ ਜੇ ਤਾਂ ਆਖੀ ਤਾਂ ਤੂੰ ਸਾਰਾ ਦਿਨ ਕਰਦੀ ਕੀ ਰਹੀ ਆ। ਨਹੀਂ ਘੱਟ ਨਹੀਂ, ਦਾਲ ਚ ਲੂਣ ਸਬਜ਼ੀ ਤੇ ਨੁਕਸ ਕੱਢ ਮਾਰਨਾ, ਹੋਰ ਤੂੰ ਗੋਡੀ ਕਰਦੀ ਆ, ਸਬਜ਼ੀ ਬਣਾਉਂਦੀ ਤੈਨੂੰ ਪਤਾ ਲੱਗਾ ਕਿੰਨਾ ਪੈਣਾ। ਉਦੋਂ ਥੋੜੀ ਵਿੱਚ ਸੀ, ਸਾਰੇ ਰੱਜ ਜਾਂਦੇ, ਤੇ ਕੋਈ ਕਿਸੇ ਤੇ ਖਾ ਕੇ ਸੌਂ ਜਾਂਦਾ ਸੀ। ਛੋਟੀਆਂ ਉਮਰਾਂ ਸਭ ਤੋਂ ਚੰਗੀਆਂ, ਨਾ ਆਮ ਤੇ ਨਾ ਕੋਈ ਖਾਸ ਹੋਵੇ। ਉਦੋਂ ਇਹ ਕੀ ਹੁੰਦਾ, ਕੋਈ ਆਮ ਨਹੀਂ ਕੋਈ ਖਾਸ ਨਹੀਂ, ਭੈਣ ਆ ਭਰਾ ਆ ਸਾਰਾ। ਤੇ ਵਿਆਹ ਤੋਂ ਬਾਅਦ ਹੋ ਜਾਂਦਾ ਮੈਂ ਬੰਦਾ, ਜਾਂ ਜੇ ਵਾਈਫ ਇੱਥੇ ਕੈਨੇਡਾ 'ਚ ਜੌਬ ਕਰਦੀ, ਬੰਦਾ ਵਿਚਾਰਾ ਥੋੜਾ ਘੱਟ ਕਰਦਾ, ਮੈਂ ਕਮਾਉਣੀ, ਮੈਂ ਤੈਨੂੰ ਲੈ ਕੇ ਆਈ। ਇੱਥੇ ਵੀ ਬੜਾ ਸਭ। ਛੋਟੀਆਂ ਉਮਰਾਂ ਸਭ ਤੋਂ ਚੰਗੀਆਂ, ਨਾ ਕੋਈ ਆਮ ਤੇ ਨਾ ਕੋਈ ਖਾਸ ਹੋਵੇ, ਤੇ ਜੋੜੀ ਵਿੱਚੋਂ ਜੇ ਕੋਈ ਹੋਵੇ ਭੈੜਾ, ਤਾਂ ਸਮਝੋ ਗ੍ਰਸਤੀ ਦਾ ਸੱਤਿਆਨਾਸ਼ ਹੋਏ। ਹੁਣ ਵੇਖੋ ਲੜਾਈ ਵੱਧਦੀ ਕਿੱਥੋਂ? ਮੈਂ ਸਰਬ ਗੁਣ ਸੰਪੰਨ, ਤੇ ਮੇਰੇ ਰਿਸ਼ਤੇਦਾਰ ਤੇ ਪਰਿਵਾਰ ਚੰਗੇ। ਲੜਾਈ ਉਹ ਕਹਿੰਦੇ ਨਾ, ਗੱਲ ਲੰਮੀ ਨਾ ਹੋ ਜਾਏ, ਕਹਿੰਦੇ ਨਾ ਕਿ ਜਨਾਨੀ ਨਾਲ ਆਪਣੀ ਵਹੁਟੀ ਨਾਲ ਲੜਨਾ ਹੋਵੇ, ਕੋਈ ਲੋੜ ਨਹੀਂ ਕਹਿੰਦੀ, ਕਿ ਸਿੱਧਾ ਹੀ ਕਹਿ ਦੋ ਵੀ ਮੇਰੇ ਸਾਲੇ ਤੇ ਗਲਤ ਜੀ ਗੱਲ ਕਹਿ ਦੋ, ਬਸ ਸਮਝੋ ਵੀ 5 ਮਿੰਟਾਂ ਤੋਂ ਪਹਿਲਾਂ ਲੜਾਈ। ਹਾਂਜੀ। ਮੈਂ ਸਰਬ ਗੁਣ ਸੰਪੰਨ, ਮੇਰੇ ਰਿਸ਼ਤੇਦਾਰ ਤੇ ਪਰਿਵਾਰ ਚੰਗੇ, ਤੇਰਾ ਟੱਬਰ ਭਰਿਆ ਔਗਣਾ ਦਾ, ਤੇਰੇ ਨਾਲ ਤੇਰੇ ਸਾਰੇ ਯਾਰ ਗੰਦੇ। ਦੇਖੋ ਜੀ, ਮੈਂ ਜਦੋਂ ਪਹਿਲਾਂ ਗੱਲ ਦੱਸਿਆ ਸੀ ਕਿ ਬੱਲ ਸਾਹਿਬ, ਬੱਲ ਅੰਮ੍ਰਿਤਸਰੀਆ ਸਾਹਿਬ ਸਿਆਣੀਆਂ ਗੱਲਾਂ ਕਰਦੇ ਆ। ਤੁਸੀਂ ਦੇਖੋ ਕਿੰਨੇ ਰੰਗ ਸੀ। ਅਸੀਂ 3-4 ਟੌਪਿਕ ਚੁਣੇ ਅੱਜ ਦੇ ਇਸ ਪ੍ਰੋਗਰਾਮ ਵਿੱਚ, ਤੇ ਹਰ ਟੌਪਿਕ ਤੇ ਇਹਨਾਂ ਨੇ ਢੁਕਵੀਂ ਜੀ ਕਵਿਤਾ ਬਣਾ ਕੇ ਸਾਡੇ ਸਾਹਮਣੇ ਫਟਾਫਟ ਮੀਡੀਆ ਦਰਸ਼ਕਾਂ ਸਾਹਮਣੇ ਲੈ ਆਉਂਦੀ। ਇਹ ਪ੍ਰੋਗਰਾਮ ਤੁਹਾਨੂੰ ਕਿੱਦਾਂ ਦਾ ਲੱਗਦਾ? ਬੱਲ ਸਾਹਿਬ ਦੀਆਂ ਕਵਿਤਾਵਾਂ ਤੁਹਾਨੂੰ ਕਿੱਦਾਂ ਦੀ ਲੱਗਦੀਆਂ? ਇਹਨਾਂ ਦੇ ਵਿੱਚ ਇਹ ਕਵਿਤਾ ਲਿਖਣ ਵਾਲਾ ਗੁਣ ਤੇ ਕਵਿਤਾ ਨੂੰ ਪੇਸ਼ ਕਰਨ ਵਾਲਾ ਗੁਣ ਕਿੱਦਾਂ ਚੰਗਾ ਲੱਗਦਾ? ਇਹ ਜ਼ਰੂਰ ਫੀਡਬੈਕ ਸਾਨੂੰ ਚਾਹੀਦੀ। ਬਿਲਕੁਲ। ਮੈਂ ਲਾਸਟ ਦੀਆਂ ਇਹਨੂੰ ਕੰਪਲੀਟ ਕਰਦਾ, ਜੇ ਇੱਕ ਲਾਈਨ ਰਹਿ ਗਈ ਸੀ ਭਾਜੀ, ਕਿਉਂਕਿ ਮੈਂ ਸਰਬ ਗੁਣ ਸੰਪੰਨ, ਤੇ ਮੇਰੇ ਰਿਸ਼ਤੇਦਾਰ ਤੇ ਪਰਿਵਾਰ ਚੰਗੇ, ਤੇਰਾ ਟੱਬਰ ਭਰਿਆ ਔਗਣਾ ਦਾ, ਤੇਰੇ ਸਾਰੇ ਯਾਰ ਗੰਦੇ। ਬਲ ਮੈਂ ਦੇ ਚੱਕਰ ਵਿੱਚ ਬਹੁਤੀ ਵਾਰੀ ਅੰਤ ਤਲਾਕ ਹੋਵੇ, ਤੇ ਜੋੜੀ ਵਿੱਚੋਂ ਜੇ ਕੋਈ ਹੋਵੇ ਭੈੜਾ, ਫਿਰ ਗ੍ਰਸਤੀ ਦਾ ਸੱਤਿਆਨਾਸ਼। ਚਲੋ ਅਸੀਂ ਜਿਹੜੀ ਸੀਗੀ ਗੱਲ ਮੱਕੜ ਜਾਲ ਦੀ ਵੀ ਕੀਤੀ, ਰਾਤ ਨੂੰ ਨੀਂਦ ਕਿਉਂ ਨਹੀਂ ਆਉਂਦੀ ਉਹ ਵੀ ਕੀਤੀ, ਫਿਰ ਪਟਿਆਲੇ ਦੀ ਗੱਲ ਜਿਹੜੀ ਘਟਨਾ ਤਾਜ਼ੀ ਵਾਪਰੀ ਸੀ ਤੇ ਬੇਹੱਦ ਮੰਦਭਾਗੀ ਘਟਨਾ ਸੀ, ਉਹਦਾ ਜ਼ਿਕਰ ਵੀ ਕੀਤਾ। ਤੇ ਅਖੀਰ ਤੇ ਗ੍ਰਸਤੀ ਜੀਵਨ ਨੂੰ ਕਿਵੇਂ ਚੰਗਿਆਂ ਰੱਖ ਕੇ ਚਲਾਉਣਾ, ਜਿਹੜੀ ਜ਼ਿੰਮੇਵਾਰੀ ਹੈ ਬਹੁਤ ਵੱਡੀ, ਸਮਾਜਿਕ ਜ਼ਿੰਮੇਵਾਰੀ, ਪਰਿਵਾਰਕ ਜ਼ਿੰਮੇਵਾਰੀ ਹੈਗੀ ਆ, ਉਹਦੇ ਤੇ ਵੀ ਗੱਲ ਅਸੀਂ ਕੀਤੀ ਹੈਗੀ। ਇਹ ਸਾਰੇ ਪ੍ਰੋਗਰਾਮ ਦੇ, ਇੱਕ ਪ੍ਰੋਗਰਾਮ ਦੇ ਇੰਨੇ ਰੰਗ ਹੈ। ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਇੱਕੋ ਪ੍ਰੋਗਰਾਮ ਦੇ ਵਿੱਚ ਕਈ ਰੰਗ ਜਿਹੜੇ ਆ ਉਹ ਪੇਸ਼ ਕਰੀਏ, ਤਾਂ ਕਿ ਪੰਜਾਬੀ ਸਾਥ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਦੇ ਵੱਖਰੇ ਵੱਖਰੇ ਟੇਸਟ ਹੋ ਸਕਦੇ। ਉਹਨਾਂ ਦਾ ਇੰਟਰਸਟ ਕਿਸੇ ਦਾ ਪੋਲਿਟਿਕਸ ਵਿੱਚ ਹੈ, ਕਿਸੇ ਦਾ ਧਰਮ ਵਿੱਚ ਹੈ, ਕਿਸੇ ਦਾ ਪਰਿਵਾਰਕ ਰਿਸ਼ਤਿਆਂ ਦੇ ਵਿੱਚ ਹੈ, ਕਿਸੇ ਦਾ ਰੁਜ਼ਗਾਰ ਨਾਲ ਸੰਬੰਧਿਤ ਹੈ, ਕਿਸੇ ਦਾ ਸਿਹਤ ਨਾਲ ਸੰਬੰਧਿਤ ਹੈ।
ਤੇ ਸਾਰਿਆਂ ਨੂੰ ਉਹਨਾਂ ਦੇ ਮੁਤਾਬਕ ਖੁਰਾਕ ਮਿਲੇ। ਬਿਲਕੁਲ ਜੀ ਬਿਲਕੁਲ, ਠੀਕ ਹੈ ਜੀ। ਚਾਹੀਦੀ ਵੀ ਆ, ਕਿਉਂਕਿ ਹਾਂ ਅਸੀਂ ਖੁਰਾਕ ਉਦਾਂ ਦੀ ਦੇਣ ਦੀ ਕੋਸ਼ਿਸ਼ ਕਰਦੇ ਆ। ਹਾਂਜੀ ਤੇ ਬਲ ਸਾਹਿਬ ਇਜਾਜ਼ਤ ਚਾਹੀਦੀ ਆ ਹੁਣ। ਹਾਂ ਜਿਵੇਂ ਤੁਸੀਂ ਗੱਲ ਕੀਤੀ ਹੈ ਜੀ, ਖੁਰਾਕ ਚਾਹੀਦੀ, ਕਿਉਂਕਿ ਕਈ ਵਾਰ ਹੁੰਦਾ ਕਿ ਅਸੀਂ ਪੋਲੀਟਿਕਸ ਦੀਆਂ ਗੱਲਾਂ ਕਰ ਰਹੇ, ਉਹਦੇ ਵਿੱਚ ਇੱਕ ਬੰਦਾ ਧੌਣ ਜੀ ਸੁੱਟ ਕੇ ਬੈਠਾ ਹੁੰਦਾ, ਕਹਿੰਦੇ ਯਾਰ ਤੂੰ ਇੰਟਰਸਟ ਨਹੀਂ ਦਿੰਦਾ, ਕਹਿੰਦਾ ਦਫਾ ਕਰੋ, ਮੈਂ ਘਰੋਂ ਦੁਖੀ ਆ, ਤੁਹਾਡੀ ਮੈਂ ਪੋਲੀਟਿਕਸ ਨੂੰ ਅੱਗ ਲਾਵਾਂ। ਇਸ ਕਰਕੇ ਸਾਰੀਆਂ ਗੱਲਾਂ ਅਸੀਂ ਮੁਨਾਸਬ ਤਰੀਕੇ ਦੇ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਤੁਹਾਡੇ ਹੁੰਗਾਰੇ ਦੀ ਜ਼ਰੂਰ ਉਡੀਕ ਕਰਦੇ ਹਾਂ। ਹੁੰਗਾਰਾ ਇੱਦਾਂ ਜਿੱਦਾਂ ਉਹ ਹੁੰਦਾ ਨਾ, ਨਾਨੀ ਮਾਂ ਦਾਦੀ ਮਾਂ ਕਹਾਣੀ ਸੁਣਾਉਂਦੀ ਹੈ ਤੇ ਬੱਚੇ ਨੂੰ ਉਹ ਕਹਿੰਦੀ ਵੀ ਮੇਰੀ ਗੱਲ ਤੁਹਾਨੂੰ ਸਮਝ ਵੀ ਲੱਗਦੀ, ਸੁਣਦੇ ਵੀ ਆ ਕਿ ਸੁੱਤੇ ਤੇ ਨਹੀਂ ਪਏ ਕਿਤੇ। ਹਾਂਜੀ, ਉਹ ਬੱਚੇ ਤੋਂ ਹੁੰਗਾਰਾ ਮੰਗਦੀ ਵੀ ਹੁੰਗਾਰਾ ਦਿਆ ਕਰੋ। ਹਾਂਜੀ ਮੈਨੂੰ ਸਮਝ ਲੱਗ ਗਈ, ਅੱਛਾ ਫਿਰ ਅੱਗੇ ਕੀ ਹੋਇਆ। ਸੋ ਇਹ ਅਸੀਂ ਵੀ ਹੁੰਗਾਰਾ ਚਾਹੁੰਦੇ ਹਾਂ ਤੇ ਇਹ ਵੀ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਦੱਸੋ ਕਿ ਇਹਦੇ ਵਿੱਚ ਹੋਰ ਕਿਹੜਾ ਰੰਗ ਜਿਹੜਾ ਉਹ ਪਾਇਆ ਜਾ ਸਕਦਾ ਜਾਂ ਕਿਹੜਾ ਰੰਗ ਤੁਹਾਡੇ ਪਸੰਦ ਆ। ਬਲ ਸਾਹਿਬ ਇਜਾਜ਼ਤ ਦਿਓ, ਹੁਣ ਚਲੀਏ, ਸਮਾਂ ਹੋ ਗਿਆ। ਬਹੁਤ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ। ਧੰਨਵਾਦ।